ਕਵਨ ਗੁਣ ਪ੍ਰਾਨ ਪਤ ਮਿਲਉ ਮੇਰੀ ਮਾਈ। ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਨ ਦੂਰ ਤੇ ਆਈ। ਹਉ ਆਇਆ ਦੂਰਹੁ ਚੱਲ ਕੈ ਮੈਂ ਤੱਕੀ ਤਉ ਸਰਣਾਏ। ਜੀਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭ ਦੁੱਖ ਗਵਾਏ। ਜੀਉ ਰੂਪਹੀਨ ਕੁਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਭਾਗਹੀਨ ਤਪਹੀਨ ਬਾਵਰੀ। ਦ੍ਰਿਸ਼ਟ ਦਰਸਹੀਨ ਸ਼ਬਦ ਸੁਰਤਹੀਨ ਬੁੱਧ ਬਲਹੀਨ ਸੁਧੇ ਹਸਤ ਨਾ ਪਾਵਰੀ। ਪ੍ਰੀਤਹੀਨ ਰੀਤਹੀਨ ਭਾਏ ਭੈ ਪ੍ਰਤੀਤਹੀਨ ਚਿਤਹੀਨ ਬਿਤਹੀਨ ਸਹਿਜ ਸੁਭਾਵਰੀ। ਅੰਗ ਅੰਗਹੀਨ ਦੀਨਾਧੀਨ ਪਰਚੀ ਨਾ ਲਗ ਚਰਨ ਸਰਨ ਕੈਸੇ ਪ੍ਰਾਪਤ ਹੋਏ ਰਾਵਰੀ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਸਗਲ ਦੁਆਰ ਕਉ ਛਾਡ ਕੇ ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੂਰਮ ਧੂਰਮ ਜੋਤ ਉਜਾਲਾ ਤੀਨ ਭਵਨ ਮਹਿ ਗੁਰ ਗੋਪਾਲਾ। ਉਗਵਿਆ ਅਸਰੂਪ ਦਿਖਾਵੈ ਕਰ ਕਿਰਪਾ ਆਪਣੈ ਘਰ ਆਵੈ। ਊਨਵ ਬਰਸਹਿ ਜਲ ਧਾਰਾ ਊਤਮ ਸ਼ਬਦ ਸਵਾਰਨ ਹਾਰ। ਇਸ ਇੱਕ ਕਾ ਜਾਣੈ ਭੇਉ ਆਪੇ ਕਰਤਾ ਆਪੇ ਦੇਉ। ਪੂਰਮ ਧੂਰਮ ਜੋਤ ਉਜਾਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਜਾ ਹਰ ਪੀਰ ਜਗਤ ਗੁਰ ਬਾਬਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ
ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਦੀਨ ਦਇਆਲ ਮਿਹਰਬਾਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਗੁਰੂ ਸਾਹਿਬ ਜੀ का दर्शन प्राप्त करके जीवन मिलता है। असल जीवन जिसनों महाराज साहब जी ने जीवन आख्या। जीवनो मैं जीवन पाया गुरमुख भाए राम। गुरु का दर्शन प्राप्त करके ਜੀਵਨਾਂ ਦੇ ਵਿੱਚੋਂ ਉੱਤਮ ਜੀਵਨ ਪ੍ਰਾਪਤ ਹੁੰਦਾ ਹੈ, ਕਿਉਂਕਿ ਗੁਰੂ ਸਾਹਿਬ ਜੀ ਕੇ ਦਰਸ਼ਨ ਕਰਨ ਦੇ ਨਾਲ ਗੁਰਮੁਖਤਾਈ ਪ੍ਰਾਪਤ ਹੁੰਦੀ ਹੈ, ਮਨਮੁਖਤਾਈ ਦੂਰ ਹੁੰਦੀ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਦਾ ਜੀਵ ਪਾਤਰ ਬਣਦਾ ਹੈ। ਗੁਰੂ ਸਾਹਿਬ ਜੀ ਕੇ ਦਰਸ਼ਨਾਂ ਦਾ ਬਹੁਤ ਵੱਡਾ ਮਹਾਤਮ ਹੈ। ਇਸੇ ਕਰਕੇ ਅੰਮ੍ਰਿਤ ਬਾਣੀ ਦੇ ਅੰਦਰ ਅਨੇਕਾਂ ਵਾਰੀ ਸਤਿਗੁਰੂ ਜੀ ਨੇ ਇਹ ਵਚਨ ਉਚਾਰਨ ਕੀਤੇ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਗੁਰ ਕੇ ਚਰਨ ਧੋਏ ਧੋਏ ਪੀਵਾਂ। ਤਿਸ ਗੁਰ ਕਾ ਸਿਮਰਉ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ। ਕਿਤੇ ਮਹਾਰਾਜ ਸਾਹਿਬ ਜੀ ਫਰਮਾਉਂਦੇ ਆ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਮਾਰੇ ਆਪਣਾ ਦਾਸ ਬਣਾ ਕੇ ਆਪਣੇ ਨਾਮ ਦੀ ਦਾਤ ਦੇਣਾ ਕਰੋ। ਕਿਤੇ ਅੰਮ੍ਰਿਤ ਬਾਣੀ ਦੇ ਅੰਦਰ ਸਤਿਗੁਰੂ ਜੀ ਇਸ ਸਮੇਂ ਨੂੰ ਸੋਭਨੀਕ, ਸੁਹਾਵਣਾ ਤੇ ਧਨਤਾ ਦੇ ਯੋਗ ਕਹਿੰਦੇ ਹਨ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ। ਧੰਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ 10ਵਾਂ ਸਰੂਪ, 10ਵਾਂ ਜਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਕਿਉਂਕਿ ਜੋਤ ਉਹੀ ਆ, ਜੁਗਤ ਵੀ ਉਹੀ ਆ। ਸਿਰਫ ਮਹਾਰਾਜ ਸਾਹਿਬ ਜੀ ਨੇ ਇਹ 10ਵਾਂ ਜਾਮਾ ਧਾਰਨ ਕੀਤਾ। ਇੱਕੋ ਹੀ ਪ੍ਰਭੂ ਦੀ ਜੋਤ ਨੇ 10 ਜਾਮੇ ਧਾਰਨ ਕੀਤੇ ਤੇ ਫਿਰ ਸ਼ਬਦ ਦੇ ਵਿੱਚ ਉਹ ਜੋਤ ਸਮਾ ਗਈ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ ਹੋ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਰਸ਼ਨ ਦੇ ਰਹੇ ਹਨ। ਆਪਣੀ ਜੋਤ ਗੁਰਬਾਣੀ ਦੇ ਅੰਦਰ ਤੇ ਖਾਲਸੇ ਪੰਥ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਸੁਭਾਈਮਾਨ ਕੀਤੀ ਹੈ। ਇਹ ਬਚਨ ਆਪਾਂ ਪੜ੍ਹਦੇ ਹਾਂ, ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਵੀ ਜੋਤ ਵੀ ਨਹੀਂ ਬਦਲੀ ਤੇ ਜੁਗਤ ਵੀ ਨਹੀਂ ਬਦਲੀ। ਜੀਵਾਂ ਦੀ ਕਲਿਆਣ ਕਰਨ ਵਾਲੀ ਜਿਹੜੀ ਜੁਗਤੀ ਹੈ, ਢੰਗ ਹੈ, ਤਰੀਕਾ ਹੈ, ਉਹ ਉਹੀ ਹੈ। ਜੋਤ ਵੀ ਉਹੀ ਆ ਤੇ ਜੁਗਤ ਵੀ ਉਹੀ ਆ। ਫਿਰ ਬਦਲਿਆ ਕੀ ਹੈ? ਸਹਿ ਕਾਇਆ ਫੇਰ ਪਲਟੀ ਹੈ। ਸਰੀਰ ਬਦਲਿਆ,
ਸਰੀਰ ਰੂਪੀ ਚੋਲਾ ਬਦਲਿਆ, ਤੇ ਚੋਲਾ ਬਦਲਣ ਦੇ ਨਾਲ ਜੋਤ ਨਹੀਂ ਬਦਲਦੀ ਹੈ। ਜਿਵੇਂ ਇੱਕ ਬਾਦਸ਼ਾਹ ਸਿੰਘਾਸਣ ਤੇ ਬੈਠਾ ਹੈ ਆਪਣੀ ਸਭਾ ਦੇ ਵਿੱਚ, ਉੱਠ ਕੇ ਜਾਂਦਾ ਹੈ, ਆਪਣੀ ਇੱਕ ਪੋਸ਼ਾਕ ਲਾਹ ਕੇ ਤੇ ਦੂਸਰੀ ਬਦਲ ਕੇ ਪਾ ਕੇ ਆ ਜਾਂਦਾ ਹੈ, ਫਿਰ ਆਪਣੇ ਸਿੰਘਾਸਣ ਤੇ ਬੈਠ ਜਾਂਦਾ ਹੈ। ਹੁਣ ਬਾਦਸ਼ਾਹ ਨੇ ਪੋਸ਼ਾਕ ਬਦਲੀ ਹੈ, ਆਪਣਾ ਚੋਲਾ ਬਦਲਿਆ ਹੈ, ਬਾਦਸ਼ਾਹ ਨਹੀਂ ਬਦਲਿਆ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਰੀਰਕ ਜਾਮੇ ਬਦਲੇ, ਔਰ ਜੋਤ ਉਹੀ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜੁਨ ਪਿਖਹੁ ਨੈਣ। ਤੇ ਸਤਿਗੁਰੂ ਜੀ ਦਾ 10ਵਾਂ ਜਾਮਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਦਿਨ ਭਾਈ ਨੰਦ ਲਾਲ ਸਿੰਘ ਜੀ ਨੂੰ ਕਹਿਣ ਲੱਗੇ, ਗਰੀਬ ਨਵਾਜ ਸਾਹਿਬ ਕਹਿਣ ਲੱਗੇ, ਸਾਡੇ 3 ਰੂਪ ਹਨ। ਭਾਈ ਸਾਹਿਬ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿਹੜੇ ਕਿਹੜੇ? ਦਸ਼ਮੇਸ਼ ਪਾਤਸ਼ਾਹ ਕਹਿਣ ਲੱਗੇ, ਇੱਕ ਨਿਰਗੁਣ ਹੈ, ਇੱਕ ਸਰਗੁਣ ਹੈ, ਇੱਕ ਸ਼ਬਦ ਰੂਪ ਹੈ ਸਾਡਾ। ਨਿਰਗੁਣ ਸਰਗੁਣ ਗੁਰ ਸ਼ਬਦ 3 ਰੂਪ ਹੈ ਮੋਹੇ ਕੇ, ਸੁਨੋ ਨੰਦ ਚਿਤ ਲਾਏ। ਨਿਰਗੁਣ ਸਰਗੁਣ ਗੁਰ ਸ਼ਬਦ, ਕਹੋ ਤੋਹੇ ਸਮਝਾਏ। ਭਾਈ ਨੰਦ ਲਾਲ, ਸਾਡੇ 3 ਰੂਪ ਆ, ਇੱਕ ਨਿਰਗੁਣ ਆ ਜੋ ਸਰਬ ਵਿਆਪਕ ਹੈ, ਜੋ ਚੱਕਰ ਚਿਹਨ ਵਰਨ ਜਾਤ ਰੂਪ ਰੰਗ ਤੋਂ ਰਹਿਤ ਹੈ। ਤੇ ਫਿਰ ਦੂਸਰਾ ਰੂਪ ਹੈ ਜੋ ਨਿਰਗੁਣ ਤੋਂ ਸਰਗੁਣ ਹੋ ਕੇ ਇਹ 10 ਜਾਮੇ ਧਾਰਨ ਕੀਤੇ ਹਨ, ਇਹ ਸਰਗੁਣ ਰੂਪ ਹੈ। ਤੇ ਤੀਸਰਾ ਸਾਡਾ ਸ਼ਬਦ ਰੂਪ ਹੈ, ਬਾਣੀ ਰੂਪ ਹੈ। ਇਹ ਵਚਨ ਮਹਾਰਾਜ ਸਾਹਿਬ ਜੀ ਨੇ ਕੀਤੇ। ਕਹਿਣ ਲੱਗੇ, ਜਿਹੜਾ ਵੀ ਸਾਡੇ ਦਰਸ਼ਨ ਕਰਨਾ ਚਾਹੁੰਦਾ ਹੈ, ਹੁਣ ਤਾਂ ਇਸ ਸਰੂਪ ਵਿੱਚ ਸਾਡੇ ਦਰਸ਼ਨ ਹੋ ਰਹੇ ਆ, ਪਰ ਜਿਸ ਵੇਲੇ ਅਸੀਂ ਇਸ ਸਰੂਪ ਨੂੰ ਸ਼ਬਦ ਦੇ ਵਿੱਚ ਲੀਨ ਕਰ ਦੇਵਾਂਗੇ, ਬਾਣੀ ਦੇ ਵਿੱਚ ਆਪਣੀ ਜੋਤ ਨੂੰ ਟਿਕਾ ਦੇਵਾਂਗੇ, ਤੇ ਫਿਰ ਜਿਸ ਦੇ ਮਨ ਵਿੱਚ ਇਹ ਭਾਵਨਾ ਹੈ ਸਾਡੇ ਦਰਸ਼ਨ ਕਰਨ ਦੀ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ ਤੇ ਸਾਡੇ ਦਰਸ਼ਨਾਂ ਦਾ ਫਲ ਪ੍ਰਾਪਤ ਹੋਵੇਗਾ। ਇਹ ਬਚਨ ਕਦੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਮਹਾਰਾਜ ਨੇ ਕੀਤੇ ਸੀ। 3 ਰੂਪ ਹੈ ਮੋਹਿ ਕੇ, ਸੁਨੋ ਨੰਦ ਚਿਤ ਲਾਏ। ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹੇ ਸਮਝਾਏ। ਇਸੇ ਤਰ੍ਹਾਂ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਨਦੇੜ ਦੀ ਧਰਤੀ ਤੇ ਵੀ ਸੱਚਖੰਡ ਪਿਆਨੇ ਤੋਂ ਪਹਿਲਾਂ ਵੀ ਕੀਤੇ ਸੀ। ਖਾਲਸੇ ਨੇ ਬੇਨਤੀ ਕੀਤੀ ਸੀ, ਮਹਾਰਾਜ ਆਪ ਜੀ ਦੇ ਇਸ ਸਰੂਪ ਦੇ ਅਸੀਂ ਦਰਸ਼ਨ ਕਿਵੇਂ ਕਰਾਂਗੇ? ਸਤਿਗੁਰੂ ਕਹਿਣ ਲੱਗੇ, ਅਸੀਂ ਆਪਣੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟਿਕਾ ਦਿੱਤੀ ਹੈ। ਆਪਣੀ ਜੋਤ ਖਾਲਸੇ ਪੰਥ ਵਿੱਚ ਵੀ ਰੱਖੀ ਹੈ। ਸਾਡੇ ਆਤਮਿਕ ਸਰੂਪ ਦੇ ਦਰਸ਼ਨ ਤੁਸੀਂ ਬਾਣੀ ਵਿੱਚੋਂ ਕਰੋਗੇ। ਜਦੋਂ ਗੁਰੂ ਕੀ ਬਾਣੀ ਪੜੋਗੇ, ਸੁਣੋਗੇ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰੋਗੇ, ਇਹ ਸਾਡਾ ਦਰਸ਼ਨ ਜਾਣੋ। ਮਾਰੇ ਆਪ ਜੀ ਦੇ ਨਾਲ ਬਚਨ ਕਿਵੇਂ ਕਰਾਂਗੇ? ਆਪ ਜੀ ਦੇ ਬਚਨ ਕਿਵੇਂ ਸੁਣਾਂਗੇ? ਤੇ ਮਾਰੇ ਕਹਿਣ ਲੱਗੇ, ਜੋ ਮਮ ਬਚਨ ਸੁਣਨ ਕੀ ਚਾਏ, ਗੁਰੂ ਗ੍ਰੰਥ ਸੁਣੇ ਚਿਤ ਲਾਏ। ਜਿਸ ਦੇ ਮਨ ਵਿੱਚ ਚਾਹ ਹੈ ਮੇਰੇ ਬਚਨ ਸੁਣਨ ਦਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚਿੱਤ ਲਾ ਕੇ ਸੁਣੇ। ਇਹ ਸਾਡੇ ਬੋਲ ਹਨ। ਮਹਾਰਾਜ ਬਾਹਰੀ ਰੂਪ ਦਾ ਦਰਸ਼ਨ ਕਿਵੇਂ ਕਰਾਂਗੇ? ਕਹਿਣ ਲੱਗੇ, ਖਾਲਸੇ ਪੰਥ ਵਿੱਚ ਰੱਖਿਆ ਹੋਇਆ 5 ਸਿੰਘਾਂ ਦੇ ਦਰਸ਼ਨ ਕਰਿਓ। ਤਿਆਰ ਬੁਰ ਤਿਆਰ, ਜੋ ਬਾਣੀ ਤੇ ਬਾਣੇ ਵਿੱਚ ਰਹਿਤ ਮਰਿਆਦਾ ਵਿੱਚ ਗੁਰੂ ਨਿਯਮਾਂ ਦੇ ਵਿੱਚ ਪ੍ਰਪੱਕ ਹਨ,
ਉਹ ਬਾਣੀ ਬਾਣੇ ਦੇ ਧਾਰਨੀ ਸਿੰਘਾਂ ਦੇ ਦਰਸ਼ਨ ਸਾਡੇ ਦਰਸ਼ਨ ਹੋਣਗੇ। ਮਹਾਰਾਜ ਜੇ 5 ਸਿੰਘ ਵੀ ਨਾ ਕਿਤੇ ਪ੍ਰਾਪਤ ਹੋਣ, ਫੇਰ ਕਹਿਣ ਲੱਗੇ 4 ਮਿਲ ਜਾਣ, 3 2 1। ਜਿੱਥੇ ਮਹਾਰਾਜ ਇੱਕ ਵੀ ਨਾ ਮਿਲੇ ਤੇ ਕਹਿਣ ਲੱਗੇ ਫਿਰ ਆਪ ਨਿਤਨੇਮ ਕਰਕੇ, ਬਾਣੀ ਪੜ੍ਹ ਕੇ, ਕੇਸ ਕੰਘਾ ਕਰਕੇ, ਦਸਤਾਰਾ ਸਜਾ ਕੇ ਆਪਣਾ ਚਿਹਰਾ ਤੱਕ ਲਿਓ, ਤੁਹਾਡੇ ਵਿੱਚੋਂ ਮੈਂ ਦਿਸਾਂਗਾ। ਇਹ ਬਚਨ ਵੀ ਮਹਾਰਾਜ ਕਲਗੀਧਰ ਪਾਤਸ਼ਾਹੀ ਨੇ ਕੀਤੇ। ਇਸੇ ਤਰ੍ਹਾਂ ਦਰਸ਼ਨਾਂ ਦਾ ਭਾਵ ਇਤਿਹਾਸ ਵਿੱਚ ਕੁਝ ਐਸਾ ਵੀ ਆਇਆ ਹੈ। ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਕਿ ਗਰੀਬ ਨਵਾਜ ਸਾਹਿਬ ਦਰਸ਼ਨ ਕਿਸ ਪ੍ਰਕਾਰ ਦੇ ਹਨ। ਤੇ ਸਤਿਗੁਰਾਂ ਦਾ ਬਚਨ ਆਉਂਦਾ ਹੈ, ਮਹਾਰਾਜ ਕਹਿੰਦੇ ਇੱਕ ਚਿੱਤਰ ਦਰਸ਼ਨ ਹੈ, ਇੱਕ ਸੁਪਨ ਦਰਸ਼ਨ ਹੈ, ਇੱਕ ਸਰਵਣ ਦਰਸ਼ਨ ਹੈ, ਇੱਕ ਪ੍ਰਤੱਖ ਦਰਸ਼ਨ ਹੈ। ਚਿੱਤਰ ਦਰਸ਼ਨ ਸਾਧ ਸੰਗਤ ਜੀ ਉਸ ਨੂੰ ਕਿਹਾ ਜਾਂਦਾ ਹੈ ਜੋ ਚਿੱਤਰ, ਫੋਟੋ, ਤਸਵੀਰ, ਜੋ ਕੋਈ ਭਾਵਨਾ ਵਾਲੇ ਨੇ ਗੁਰੂ ਸਾਹਿਬ ਜੀ ਦੀ ਤਸਵੀਰ ਉਕਰੀ ਹੈ, ਉਹਨੂੰ ਵੇਖ ਕਰਕੇ ਵੀ ਮਨ ਵਿੱਚ ਗੁਰੂ ਸਾਹਿਬ ਜੀ ਚੇਤੇ ਤਾਂ ਆਉਂਦੇ ਹੀ ਆ। ਚਿੱਤਰ ਨੂੰ ਵੇਖ ਕਰਕੇ, ਤਸਵੀਰ ਨੂੰ ਵੇਖ ਕਰਕੇ। ਫਿਰ ਹੈ ਇਹਦੇ ਤੋਂ ਅੱਗੇ ਸੁਪਨ ਦਰਸ਼ਨ। ਸੁਪਨੇ ਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਦਰਸ਼ਨ ਹੋਣਾ। ਕਦੀ ਭਾਈ ਗੁਰਦਾਸ ਸਾਹਿਬ ਜੀ ਨੂੰ ਦਰਸ਼ਨ ਹੋਇਆ ਸੀ ਕਾਂਸ਼ੀ ਵਿੱਚ ਰਹਿੰਦਿਆਂ ਹੋਇਆ। ਇਤਿਹਾਸ ਲੰਮਾ ਹੈ, ਕਾਰਨ ਬਣਿਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਵਿਛੋੜਾ ਪੈ ਗਿਆ, ਕਾਂਸ਼ੀ ਚਲੇ ਗਏ। ਉੱਥੇ ਬਹੁਤ ਲੋਕ ਭਾਈ ਗੁਰਦਾਸ ਸਾਹਿਬ ਜੀ ਦੇ ਸ਼ਰਧਾਲੂ ਵੀ ਬਣ ਗਏ, ਕਿਉਂਕਿ ਵਿਦਵਾਨ ਸੀ, ਕਥਾ ਸੁਣਾਉਂਦੇ ਸਨ। ਉਥੋਂ ਦਾ ਰਾਜਾ ਵੀ ਸ਼ਰਧਾਲੂ ਬਣ ਗਿਆ ਸੀ। ਇੱਕ ਦਿਨ ਸੁੱਤੇ ਪਿਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਸ਼ਨ ਹੋਇਆ ਭਾਈ ਗੁਰਦਾਸ ਸਾਹਿਬ ਜੀ ਨੂੰ ਸੁਪਨੇ ਦੇ ਵਿੱਚ। ਦਰਸ਼ਨ ਹੋ ਰਿਹਾ ਸੀ, ਇੰਨੇ ਚਿਰ ਨੂੰ ਰੁੱਖ ਤੇ ਬੈਠਾ ਹੋਇਆ ਬਬੀਆ ਬੋਲ ਪਿਆ। ਉਹਨੇ ਪ੍ਰਯੋ ਕੀਤੀ, ਭਾਈ ਸਾਹਿਬ ਜੀ ਦੀ ਅੱਖ ਖੁੱਲ ਗਈ। ਉਹਦਾ ਹੀ ਜ਼ਿਕਰ ਕੀਤਾ ਹੈ। ਕਈ ਵਾਰੀ ਗੁਰਪੁਰਬਾਂ ਤੇ ਗੁਰੂ ਘਰ ਦੇ ਕੀਰਤਨੀਏ ਕਵਿਤ ਸੋਈਆਂ ਵਿੱਚੋਂ ਬਚਨ ਦਾ ਕੀਰਤਨ ਵੀ ਕਰਦੇ। ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਜਿਸ ਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਚਾਤ੍ਰਿਕ ਸ਼ਬਦ ਸੁਣ ਅੱਖੀਆਂ ਉਗਰ ਗਈ, ਭਈ ਜਲ ਨੀਂਦ ਗਤ ਬਿਰਹਿ ਜਗਾਏ ਹੈ। ਚਾਤ੍ਰਿਕ ਦਾ ਸ਼ਬਦ ਸੁਣ ਕੇ, ਬਬੀਏ ਦੇ ਬੋਲ ਸੁਣ ਕੇ ਮੇਰੀਆਂ ਅੱਖਾਂ ਖੁੱਲ ਗਈਆਂ ਤੇ ਹੁਣ ਮੇਰੀ ਹਾਲਤ ਇਹ ਹੋਈ ਆ ਜਿਵੇਂ ਮੱਛੀ ਪਾਣੀ ਤੋਂ ਵਿਛੜ ਕੇ ਤੜਫਦੀ। ਚਾਤ੍ਰਿਕ ਸ਼ਬਦ ਸੁਣ ਅੱਖੀਆਂ ਉਗਰ ਗਈ, ਭਈ ਜਲ ਨੀਂਦ ਗਤ ਬਿਰਹਿ ਜਗਾਏ। ਕਹਿੰਦੇ ਵੀ ਅੱਜ ਮੇਰਾ ਪਿਆਰਾ ਸੁਪਨੇ ਦੇ ਵਿੱਚ ਆਇਆ ਸੀ, ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਸ਼ਨ ਦਿੱਤੇ ਸੀ। ਇਸ ਤਰ੍ਹਾਂ ਇਹ ਵੀ ਦਰਸ਼ਨ ਆ, ਭਾਗਾਂ ਵਾਲਿਆਂ ਨੂੰ ਸੁਪਨੇ ਵਿੱਚ ਵੀ ਦਰਸ਼ਨਾਂ ਦਾ ਝਲਕਾਰਾ ਪੈਂਦਾ। 10 ਸਰੂਪਾਂ ਦੇ ਵਿੱਚੋਂ ਕਿਸੇ ਗੁਰੂ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੋਣੇ। ਇਸੇ ਤਰ੍ਹਾਂ ਮਹਾਂਪੁਰਖਾਂ ਦੇ, ਸ਼ਹੀਦਾਂ ਦੇ, ਗੁਰਮੁਖਾਂ ਦੇ ਕਿਸੇ ਨਾਮ ਵਿੱਚ ਰੰਗੀ ਹੋਈ ਰੂਹ ਦੇ ਦਰਸ਼ਨ ਪ੍ਰਾਪਤ ਹੋਣੇ ਸੁਪਨੇ ਦੇ ਵਿੱਚ। ਕਿਉਂਕਿ ਸੁਪਨੇ ਦੇ ਵਿੱਚ ਉਹ ਕੁਝ ਹੀ ਆਵੇਗਾ ਜੋ ਕੁਝ ਜਾਗਦਿਆਂ ਜਿਸ ਦੇ ਪਾਸੇ ਧਿਆਨ ਹੈ। ਜੇ ਬੰਦਾ ਜਾਗਦਿਆਂ ਸੰਗਤ ਕਰਦਾ ਹੈ ਤੇ ਸੁਪਨੇ ਦੇ ਵਿੱਚ ਵੀ ਕਈ ਵਾਰੀ ਸੰਗਤ ਦਾ ਆਨੰਦ ਮਾਣਦਾ। ਜੇ ਜਾਗਦਿਆਂ ਗੁਰਬਾਣੀ ਪੜ੍ਹਦਾ ਸੁਣਦਾ ਹੈ, ਕਥਾ ਕੀਰਤਨ ਕਰਦਾ ਸੁਣਦਾ ਹੈ, ਤੇ ਕਈ ਵਾਰੀ ਸੁਪਨੇ ਵਿੱਚ ਵੀ ਉਹ ਕੁਝ ਚੱਲਦਾ। ਜੋ ਕੁਝ ਬੰਦਾ ਜਾਗਦਿਆਂ ਕਰਦਾ ਸੁਪਨੇ ਵਿੱਚ ਉਹ ਕੁਝ ਆ ਜਾਂਦਾ ਕਈ ਵਾਰ। ਤੇ ਜੇ ਸੁਪਨੇ ਵਿੱਚ ਵੀ ਕਿਤੇ ਨਾਮ ਜਪਿਆ ਜਾਵੇ, ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਕਹਿੰਦੇ ਵੀ ਉਹ ਤਾਂ ਬੜਾ ਭਾਗਾਂ ਵਾਲਾ ਜਿਹੜਾ ਸੁਪਨੇ ਵਿੱਚ ਬਰੜਾ ਕੇ ਵੀ ਵਾਹਿਗੁਰੂ ਦਾ ਨਾਮ ਕਹਿੰਦਾ। ਲੋਕ ਬਰੜਾਉਂਦੇ ਕਈ ਵਾਰੀ ਸੁੱਤੇ ਪਿਆ ਕੋਈ ਕੁਝ ਬੋਲਦਾ, ਕੋਈ ਕੁਝ ਬੋਲਦਾ ਹੈ। ਕਈਆਂ ਦੀ ਐਸੀ ਹਾਲਤ ਹੁੰਦੀ ਹੈ, ਕਈ ਸੁੱਤੇ ਪਿਆ ਹੱਸਣ ਵੀ ਲੱਗ ਪੈਂਦੇ, ਕਈ ਸੁੱਤੇ ਪਿਆ ਰੋਣ ਵੀ ਲੱਗ ਪੈਂਦੇ ਆ।
ਬਾਅਦ ਵਿੱਚ ਦੂਜਿਆਂ ਨੂੰ ਪਤਾ ਲੱਗਦਾ, ਉਹ ਕਹਿੰਦੇ ਵੀ ਤੂੰ ਇਸ ਤਰ੍ਹਾਂ ਕੀਤਾ ਸੀ। ਤੇ ਕੁਝ ਬੋਲਣ ਵੀ ਲੱਗ ਪੈਂਦਾ ਇਨਸਾਨ ਸੁੱਤੇ ਪਿਆ। ਉਹ ਸੁਪਨ ਅਵਸਥਾ ਦੇ ਵਿੱਚ ਜੋ ਕੁਝ ਵੇਖਦਾ ਉਹਦਾ ਅਸਰ ਉਹਦੇ ਤੇ ਹੁੰਦਾ। ਭਗਤ ਕਬੀਰ ਸਾਹਿਬ ਜੀ ਦਾ ਸ਼ਲੋਕ ਹੈ, ਕਬੀਰ ਸੁਪਨੈ ਹੂੰ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਾਨਹੀ, ਮੇਰੇ ਤਨ ਕੋ ਚਾਮ। ਕਹਿੰਦੇ ਜਿਹੜਾ ਭਾਗਾਂ ਵਾਲਾ ਸੁਪਨੇ 'ਚ ਬਰੜਾ ਕੇ ਵੀ ਰਾਮ ਦਾ ਨਾਮ ਜਪੇ, ਸਰਬ ਵਿਆਪਕ ਦਾ ਨਾਮ ਲੈਂਦਾ ਹੈ ਨਾ, ਮੇਰੇ ਸਰੀਰ ਦੇ ਚੰਮ ਦੀ ਜੁੱਤੀ ਬਣੇ ਤੇ ਉਸ ਪ੍ਰਭੂ ਦੇ ਪਿਆਰੇ ਦੇ ਚਰਨੀ ਪੈ ਜਾਵੇ, ਮੇਰੇ ਸਰੀਰ ਦਾ ਚੰਮ ਸਫਲਾ ਹੋ ਜਾਵੇ। ਪਰ ਸੁਪਨੇ ਦੇ ਵਿੱਚ ਨਾਮ ਉਹੀ ਲਵੇਗਾ ਜਿਹੜਾ ਜਾਗਦਿਆਂ ਲੈਂਦਾ, ਸੁਪਨੇ ਵਿੱਚ ਵੀ ਉਹਦੇ ਹੀ ਆਵੇਗਾ ਨਾਮ। ਇਸੇ ਤਰ੍ਹਾਂ ਇੱਕ ਚਿੱਤਰ ਦਰਸ਼ਨ ਹੈ ਕਿ ਤਸਵੀਰ ਵੱਲੇ ਵੇਖ ਕਰਕੇ ਵੀ ਮਹਾਰਾਜ ਸਾਹਿਬ ਜੀ ਦਾ ਪ੍ਰੇਮ ਹਿਰਦੇ ਵਿੱਚ ਪੈਦਾ ਹੁੰਦਾ। ਕਿ ਜਦੋਂ ਅਸੀਂ ਗੁਰੂ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਹਾਂ, ਬਹੁਤੀਆਂ ਤਸਵੀਰਾਂ ਨਹੀਂ ਗੁਰੂ ਸਾਹਿਬ ਜੀ ਦੀਆਂ ਬਣੀਆਂ, ਪਰ ਕਿਤੇ ਕਿਤੇ ਇਤਿਹਾਸ ਵਿੱਚ ਜ਼ਿਕਰ ਆਇਆ ਹੈ। ਜਿਵੇਂ ਕਰਤਾਰਪੁਰ ਸਾਹਿਬ ਦਾ ਜ਼ਿਕਰ ਹੈ, 6ਵੇਂ ਪਾਤਸ਼ਾਹ ਜੀ ਦੀ ਤਸਵੀਰ ਇੱਕ ਵਾਰੀ ਇੱਕ ਚਿੱਤਰਕਾਰ ਨੇ ਤਿਆਰ ਕੀਤੀ ਸੀ। ਮਹਾਰਾਜ ਨੇ ਆਗਿਆ ਨਹੀਂ ਸੀ ਦਿੱਤੀ, ਬਾਬਾ ਬਿਧੀ ਚੰਦ ਸਾਹਿਬ ਜੀ ਨੇ ਕਹਿ ਦਿੱਤਾ ਸੀ, ਮੈਂ ਮਹਾਰਾਜ ਨੂੰ ਬੇਨਤੀ ਕਰ ਦਿਆਂਗਾ ਤੇ ਤਸਵੀਰ ਬਣਾਉਣ ਵਾਲਿਆ ਤੂੰ ਗੁਰੂ ਸਾਹਿਬ ਜੀ ਦੀ ਤਸਵੀਰ ਬਣਾ। ਮਹਾਰਾਜ ਸਾਹਿਬ ਜੀ ਦੀ ਤਸਵੀਰ ਤਾਂ ਕੌਣ ਬਣਾ ਸਕਦਾ ਸਾਧ ਸੰਗਤ ਜੀ, ਪਰ ਫਿਰ ਵੀ ਜਿਹੜਾ ਕੰਮ ਕਰਦਾ ਉਹ ਭਾਵਨਾ ਨਾਲ, ਜਿੰਨਾ ਉਹਦੇ ਵਿੱਚ ਬਲ ਹੁੰਦਾ, ਜਿੰਨੀ ਤਾਕਤ ਹੁੰਦੀ, ਜਿੰਨੀ ਸਮਝ ਸੋਝੀ ਹੁੰਦੀ, ਉਹ ਆਪਣੇ ਵੱਲੋਂ ਮਹਾਰਾਜ ਦੀ ਤਸਵੀਰ ਬਣਾਉਂਦਾ। ਫਿਰ ਉਹਨੇ ਬਣਾਈ ਹੈ। ਫਿਰ ਉਹ 6ਵੇਂ ਪਾਤਸ਼ਾਹੀ ਨੇ ਉਹ ਤਸਵੀਰ ਜਿਹੜੀ ਸੀ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਦੇ ਦਿੱਤੀ, ਜੋ ਚਿੱਤਰਕਾਰ ਨੇ ਬਣਾਈ ਸੀ। ਇਸੇ ਤਰ੍ਹਾਂ 9ਵੇਂ ਪਾਤਸ਼ਾਹੀ ਦੇ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ। ਭਾਵੇਂ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਗੁਰੂ ਕੇ ਸਿੱਖ ਤਸਵੀਰਾਂ ਦੇ ਪੁਜਾਰੀ ਨਹੀਂ ਹਾਂ, ਪਰ ਤਸਵੀਰਾਂ ਨੂੰ ਅਸੀਂ ਮਾੜਾ ਵੀ ਨਹੀਂ ਕਹਿਣਾ। ਜਿਹੜੀ ਕਿਸੇ ਨੇ ਭਾਵਨਾ ਵਾਲੇ ਨੇ ਗੁਰੂ ਸਾਹਿਬ ਜੀ ਦੀ ਤਸਵੀਰ ਬਣਾਈ, ਉਹ ਵੀ ਇੱਕ ਅੱਖਰਾਂ ਦੀ ਤਰ੍ਹਾਂ ਹੀ ਹੈ। ਜਿਵੇਂ ਅੱਖਰਾਂ ਨੂੰ ਪੜ੍ਹ ਕਰਕੇ ਅੰਦਰ ਭਾਵਨਾ ਪੈਦਾ ਹੁੰਦੀ, ਕਿਤੇ ਤਸਵੀਰ ਵੱਲੇ ਵੇਖ ਕਰਕੇ ਵੀ ਅੰਦਰ ਭਾਵਨਾ ਪੈਦਾ ਹੁੰਦੀ। ਤਸਵੀਰ ਆਪਣਾ ਅਸਰ ਕਰਦੀ ਆ, ਭਾਵੇਂ ਉਹ ਗੁਰੂ ਸਾਹਿਬ ਜੀ ਦੀ ਹੋਵੇ ਤੇ ਭਾਵੇਂ ਹੋਰ ਕਿਸੇ ਦੀ ਹੋਵੇ, ਤਸਵੀਰ ਅਸਰ ਕਰਦੀ ਹੈ। ਤੇ ਕਈ ਲੋਕ ਇਹ ਗੱਲ ਤੇ ਬਹੁਤ ਹੀ ਜ਼ਿਆਦਾ ਜ਼ੋਰ ਦੇ ਕੇ ਕਹਿੰਦੇ ਵੀ ਅਸੀਂ ਤਸਵੀਰ ਦੇ ਪੁਜਾਰੀ ਨਹੀਂ, ਅਸੀਂ ਤਸਵੀਰ ਨੂੰ ਮੰਨਣ ਵਾਲੇ ਨਹੀਂ। ਪਰ ਜਦੋਂ ਕਦੇ ਉਹਨਾਂ ਦੇ ਘਰ ਵਿੱਚ ਜਾਓ ਤੇ ਕੰਧਾਂ ਉੱਤੇ ਆਪਣੇ ਮਾਤਾ ਪਿਤਾ ਦੀਆਂ, ਆਪਣੇ ਪਰਿਵਾਰ ਦੀਆਂ, ਆਪਣੇ ਦਾਦਾ ਦਾਦੀ ਦੀਆਂ ਤਸਵੀਰਾਂ ਲਾ ਕੇ ਕੰਧਾਂ ਭਰੀਆਂ ਹੁੰਦੀਆਂ। ਤਸਵੀਰਾਂ ਤੇ ਬੰਦਾ ਖਿਚਾਉਂਦਾ ਹੀ ਹੈ, ਆਪਣੀ ਖਿਚਾ ਲੈਂਦਾ ਹੈ, ਆਪਣੇ ਮਾਤਾ ਪਿਤਾ ਦੀ ਖਿਚਾ ਲੈਂਦਾ, ਆਪਣੇ ਦਾਦੇ ਦਾਦੀ ਦੀ ਖਿਚਾ ਕੇ ਕੰਧਾਂ ਤੇ ਟੰਗ ਲੈਂਦਾ, ਤੇ ਗੁਰੂ ਸਾਹਿਬ ਦੀ ਤਸਵੀਰ ਦੇ ਨਾਲ ਨਫ਼ਰਤ ਕਰਦਾ। ਹਾਂ, ਇਹ ਤੇ ਆਪਾਂ ਕਹਿ ਸਕਦੇ ਹਾਂ ਵੀ ਬਣਾਉਣ ਵਾਲਾ ਉਹ ਨਹੀਂ ਬਣਾ ਸਕਦਾ, ਜਿਸ ਤਰ੍ਹਾਂ ਦੀ ਗੁਰੂ ਸਾਹਿਬ ਜੀ ਦੀ ਜਿਹੋ ਜਿਹਾ ਸਰੂਪ ਹੈ ਮਹਾਰਾਜ ਦਾ, ਉਸ ਤਰ੍ਹਾਂ ਦੀ ਨਹੀਂ। ਪਰ ਜਿਸ ਨੇ ਭਾਵਨਾ ਨਾਲ ਬਣਾਈ ਹੈ, ਉਹਨੂੰ ਵੇਖ ਕਰਕੇ ਮਹਾਰਾਜ ਦਾ ਚੇਤਾ ਆਉਂਦਾ ਹੀ ਹੈ। ਗੁਰੂ ਸਾਹਿਬ ਜੀ ਦਾ ਤਾਂ ਧਿਆਨ ਹਿਰਦੇ ਚ ਆਉਂਦਾ ਹੀ ਨੇ। ਕੋਈ ਵੀ ਦਰਸ਼ਨ ਮੰਨਿਆ, ਚਿੱਤਰ ਦਰਸ਼ਨ, ਸਾਹਮਣੇ ਤਸਵੀਰ ਜੇ ਲੱਗੀ ਹੋਵੇ ਬਾਬਾ ਦੀਪ ਸਿੰਘ ਜੀ ਦੀ, ਭਾਈ ਮਣੀ ਸਿੰਘ ਜੀ ਦੀ, ਇਸੇ ਤਰ੍ਹਾਂ ਦਸਮ ਪਾਤਸ਼ਾਹ ਦੀ ਭਾਵਨਾ ਵਾਲੇ ਬਣਾਉਂਦੇ ਆ, 4 ਸਾਹਿਬਜ਼ਾਦਿਆਂ ਦੀ ਨਾਲ। ਭਾਵੇਂ ਅਸਲ ਨਹੀਂ, ਪਰ ਜਿਹਨੇ ਬਣਾਈ ਹੈ 4 ਸਾਹਿਬਜ਼ਾਦਿਆਂ ਦੇ ਨਾਮ ਤਾਂ ਚੇਤੇ ਆਉਂਦੇ ਹੀ ਆ ਨਾ। ਗੁਰੂ ਸਾਹਿਬ ਜੀ ਦਾ ਨਾਮ ਤੇ ਰਸਨਾ ਤੇ ਆਉਂਦਾ ਹੀ ਨਾ, ਵੀ ਸਾਡੇ ਸਤਿਗੁਰੂ ਜੀ ਇਸ ਤਰ੍ਹਾਂ ਦੇ ਸ਼ਸਤਰ ਧਾਰੀ, ਹੱਥ ਵਿੱਚ ਤੀਰ ਕਮਾਨ, ਕਮਰ ਕੱਸਾ ਲੱਗਾ ਹੋਇਆ, ਗਾਤਰੇ ਸ੍ਰੀ ਸਾਹਿਬਾ, ਦਮਾਲਾ ਸਜਿਆ ਹੋਇਆ, ਉੱਤੇ ਕਲਗੀ ਮਹਾਰਾਜ ਦੀ ਸੋਭਾ ਪਾਉਂਦੀ ਹੈ। ਬਣਾਉਣ ਵਾਲੇ ਨੇ ਵੀ ਇਤਿਹਾਸ ਪੜ੍ਹ ਕੇ ਬਣਾਈ। ਇੱਕ ਉਹ ਚਿੱਤਰ ਦਰਸ਼ਨ ਹੈ, ਇੱਕ ਸੁਪਨ ਦਰਸ਼ਨ ਹੈ, ਤੀਜਾ ਜ਼ਿਕਰ ਆਇਆ ਦਰਸ਼ਨਾਂ ਦਾ ਸਰਵਣ ਦਰਸ਼ਨ। ਸਰਵਣ ਦਰਸ਼ਨ ਉਹ ਆਖਿਆ ਜਾਂਦਾ ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਕਥਾ ਸੁਣਦੇ, ਮਹਾਰਾਜ ਦੇ ਸਰੂਪ ਦਾ ਇਤਿਹਾਸ ਵਿੱਚ ਜ਼ਿਕਰ ਹੁੰਦਾ। ਜਿਵੇਂ ਸ਼ਾਮ ਵੇਲੇ ਕਥਾ ਚੱਲਦੀ, ਹੁਣ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ, ਮਹਾਰਾਜ ਦੱਖਣ ਵੱਲ ਨੂੰ ਜਾ ਰਹੇ, ਕੱਲੇ ਕੱਲੇ ਪਿੰਡ ਦਾ ਜ਼ਿਕਰ ਆਉਂਦਾ, ਕੱਲੇ ਕੱਲੇ ਸ਼ਹਿਰ ਦਾ ਜ਼ਿਕਰ ਆਉਂਦਾ, ਗੁਰੂ ਸਾਹਿਬ ਜੀ ਦੇ ਨਾਲ ਸਿੰਘਾਂ ਦਾ, ਫੌਜ ਦਾ ਜ਼ਿਕਰ ਆਉਂਦਾ, ਮਹਾਰਾਜ ਸਾਹਿਬ ਜੀ ਕਿੱਥੇ ਕਿੱਥੇ ਜਾ ਰਹੇ, ਕੀ ਕੌਤਕ ਕਰ ਰਹੇ। ਜਦੋਂ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣੀਏ ਤੇ ਉਹ ਸਰੂਪ ਹਿਰਦੇ ਦੇ ਵਿੱਚ ਉਸੇ ਤਰ੍ਹਾਂ ਉਕਰਿਆ ਆਉਂਦਾ।
ਉਹਨੂੰ ਆਖਿਆ ਹੈ ਕਿ ਮਹਾਰਾਜ ਸਾਹਿਬ ਜੀ ਦੀ ਕਥਾ ਸੁਣ ਕੇ ਜੋ ਹਿਰਦੇ ਵਿੱਚ ਭਾਵ ਪੈਦਾ ਹੋਣਾ, ਸਰਵਣ ਦਰਸ਼ਨ ਹੈ। ਤੇ ਇੱਕ ਹੈ ਪ੍ਰਤੱਖ ਦਰਸ਼ਨ। ਜਿਵੇਂ ਪ੍ਰਤੱਖ ਆ ਕੇ ਗੁਰੂ ਕੇ ਦਰਬਾਰ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰਦੇ ਹਾਂ, ਇਹ ਪ੍ਰਤੱਖ ਦਰਸ਼ਨ ਹੈ। ਤਾਂ ਕੋਈ ਵੀ ਜਿਹੜਾ ਵੀ ਦਰਸ਼ਨ ਹੈ, ਹਰੇਕ ਦਰਸ਼ਨ ਦਾ ਫਲ ਪ੍ਰਾਪਤ ਹੁੰਦਾ ਹੈ। ਚਿੱਤਰ ਦਰਸ਼ਨ ਦਾ ਵੀ ਹਿਰਦਾ ਪਵਿੱਤਰ ਹੁੰਦਾ ਹੈ। ਕੋਈ ਮਾੜਾ ਚਿੱਤਰ ਵੇਖੇ ਉਹਦਾ ਹਿਰਦਾ ਜਿਹੜਾ ਮੈਲਾ ਹੋ ਜਾਂਦਾ ਹੈ। ਕੋਈ ਨਗਨ ਤਸਵੀਰ ਕੰਧ ਤੇ ਟੰਗੀ ਵੇਖੇ, ਜਾਂ ਇਸੇ ਤਰ੍ਹਾਂ ਕਈ ਤਰ੍ਹਾਂ ਦੀਆਂ ਤਸਵੀਰਾਂ ਬਣਦੀਆਂ ਅੱਜ ਕੱਲ੍ਹ, ਜਿਸ ਤਰ੍ਹਾਂ ਦੀ ਤਸਵੀਰ ਉਸ ਤਰ੍ਹਾਂ ਦਾ ਭਾਵ ਹਿਰਦੇ 'ਚ ਪੈਦਾ ਜ਼ਰੂਰ ਹੁੰਦਾ ਹੈ। ਤਾਂ ਇਹ ਮਹਾਰਾਜ ਸਾਹਿਬ ਜੀ ਦੇ ਪ੍ਰਤੱਖ ਦਰਸ਼ਨਾਂ ਦਾ ਤੇ ਸਾਧ ਸੰਗਤ ਜੀ ਫਲ ਮਹਾਤਮ ਕਹਿਣ ਕਥਨ ਤੋਂ ਬਾਹਰ ਹੈ। ਤਾਂ ਹੀ ਵਾਰ-ਵਾਰ ਬਾਣੀ ਦੇ ਵਿੱਚ ਮਹਾਰਾਜ ਨੇ ਆਖਿਆ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਤੇ ਟਲ ਭੱਟ ਜੀ ਨੇ ਕਿਹਾ, ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਓੰਕਾਰ ਬਾਣੀ ਦੁਆਰਾ 930 ਅੰਗ ਤੇ 8ਵੀਂ ਪੌੜੀ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਆ। ਜਿਵੇਂ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਪਾਂਧੇ ਦੇ ਪ੍ਰਤੀ ਇਹ ਮੱਧ ਪ੍ਰਦੇਸ਼ ਦੇ ਵਿੱਚ ਨਰਮਦਾ ਨਦੀ ਦੇ ਕੰਢੇ ਤੇ ਮਹਾਰਾਜ ਸਾਹਿਬ ਜੀ ਨੇ 54 ਪੌੜੀਆਂ ਵਾਲੀ ਪਵਿੱਤਰ ਬਾਣੀ ਦੱਖਣੀ ਓਂਕਾਰ ਉਚਾਰਨ ਕੀਤੀ ਹੈ। ਇਹਦੀਆਂ ਰਹਾਉਦੀਆਂ ਤੁਕਾਂ ਆਈਆਂ ਸਨ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਇਹ ਦੋ ਜਿਹੜੀਆਂ ਪੰਕਤੀਆਂ ਵਾ, ਇਹ ਸਾਰੀ ਬਾਣੀ ਦੇ ਵਿੱਚ ਇਹ ਸਿਧਾਂਤ ਰੂਪ ਆ। ਇਹ ਮਹਾਰਾਜ ਸਾਹਿਬ ਜੀ ਦਾ ਧੁਰਾ ਰੂਪ ਆ ਇਹ ਪੰਕਤੀਆਂ ਵੀ ਇਹ ਪੰਡਤ ਕੀ ਜੰਜਾਲ ਲਿਖ ਰਿਹਾ ਹੈ। ਹਿਰਦੇ ਦੀ ਪੱਟੀ ਤੇ ਪ੍ਰਤੱਖ ਪੱਟੀ ਦੇ ਉੱਤੇ ਰਾਮ ਦੇ ਨਾਮ ਨੂੰ ਲਿਖਣਾ ਕਰ। ਗੁਰੂ ਮੁਖ ਦੁਆਰਾ ਉਪਦੇਸ਼ ਲੈ ਕਰਕੇ ਗੋਪਾਲ ਸ੍ਰਿਸ਼ਟੀ ਦੇ ਪਾਲਣਹਾਰ ਦਾ ਨਾਮ ਲਿਖ। ਉਹ ਪ੍ਰਭੂ ਕੈਸਾ ਹੈ, ਮਹਾਰਾਜ 8ਵੀਂ ਪੌੜੀ ਦੇ ਵਿੱਚ ਕਿਰਪਾ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਊਰਮ ਧੂਰਮ ਜੋਤ ਉਜਾਲਾ। ਊਰਮ ਕਹਿੰਦੇ ਸਾਧ ਸੰਗਤ ਜੀ ਧਰਤੀ ਨੂੰ, ਧੂਰਮ ਕਹਿੰਦੇ ਹਨ ਆਕਾਸ਼ ਨੂੰ। ਧਰਤੀ ਦੇ ਵਿੱਚ ਵੀ ਆਕਾਸ਼ ਦੇ ਵਿੱਚ ਵੀ ਜੋਤ ਉਜਾਲਾ। ਵਾਹਿਗੁਰੂ ਜੋ ਜੋਤੀ ਸਰੂਪ ਹੈ, ਅਕਾਲ ਪੁਰਖ, ਉਸ ਦੀ ਜੋਤ ਦਾ ਉਜਾਲਾ ਨਾਮ ਹੈ ਪ੍ਰਕਾਸ਼ ਦਾ। ਉਜਾਲਾ ਪ੍ਰਕਾਸ਼ ਨੂੰ ਕਹਿੰਦੇ, ਚਾਨਣ ਨੂੰ ਕਹਿੰਦੇ। ਉਸ ਪ੍ਰਭੂ ਦੀ ਜੋਤ ਦਾ ਉਜਾਲਾ ਹੈ ਧਰਤੀ ਵਿੱਚ ਵੀ ਆਕਾਸ਼ ਵਿੱਚ ਵੀ। ਜੋ ਮਹਾਰਾਜ ਨੇ ਇਹ ਊਰਮ ਧੂਰਮ ਧਰਤੀ ਤੇ ਆਕਾਸ਼ ਦਾ ਜ਼ਿਕਰ ਕੀਤਾ ਹੈ, ਇਹਦਾ ਭਾਵ ਕੀ ਹੋਇਆ? ਜੋ ਮਹਾਰਾਜ ਕਹਿ ਰਹੇ ਕਿ ਧਰਤੀ ਵਿੱਚ ਵੀ ਤੇ ਆਕਾਸ਼ ਵਿੱਚ ਵੀ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਹੈ। ਇਹਦਾ ਭਾਵ ਹੈ ਹਰ ਇੱਕ ਥਾਂ ਤੇ ਪ੍ਰਭੂ ਜੋਤ ਦਾ ਪ੍ਰਕਾਸ਼। ਧਰਤੀ ਕਹਿ ਦਿੱਤੀ, ਆਕਾਸ਼ ਕਹਿ ਦਿੱਤਾ। ਜਿਵੇਂ ਆਦਿ ਤੇ ਅੰਤ ਕਿਹਾ ਜਾਂਦਾ, ਆਦਿ ਅਤੇ ਅੰਤ ਜਦੋਂ ਦੋ ਕਹਿ ਦਿੱਤੇ ਜਾਣ ਤੇ ਵਿਚਕਾਰ ਲਾਪੇ ਆ ਜਾਂਦਾ ਵਿੱਚ। ਆਦਿ ਮੱਧ ਤੇ ਅੰਤ, ਪਹਿਲਾ ਸਿਰਾ ਕਹਿ ਦਿੱਤਾ ਜਾਵੇ, ਅਖੀਰਲਾ ਸਿਰਾ ਕਹਿ ਦਿੱਤਾ ਜਾਵੇ ਤੇ ਵਿਚਲਾ ਤੇ ਆਪਣੇ ਆਪ ਹੀ ਆ ਜਾਣਾ। ਜਿਵੇਂ ਕੜਾਇਆ ਹੁੰਦਾ ਹੈ, ਕੜਾਏ ਦੇ ਦੋ ਕੁੰਡੇ ਆ ਤੇ ਉਹ ਦੋਵਾਂ ਕੁੰਡਿਆਂ ਤੋਂ ਫੜ ਕੇ ਕੜਾਈ ਨੂੰ ਚੁੱਕ ਕੇ ਪਾਸੇ ਰੱਖਿਆ ਜਾਂਦਾ, ਵਿੱਚੋਂ ਫੜਨ ਦੀ ਲੋੜ ਨਹੀਂ ਰਹਿੰਦੀ, ਵਿੱਚੋਂ ਤੇ ਆਪੇ ਚੁੱਕਿਆ ਜਾਂਦਾ। ਇਸ ਕਰਕੇ ਧਰਤੀ ਦਾ ਵੀ ਮਹਾਰਾਜ ਨੇ ਜ਼ਿਕਰ ਕੀਤਾ, ਆਕਾਸ਼ ਦਾ ਜ਼ਿਕਰ ਕੀਤਾ। ਕਹਿਣ ਲੱਗੇ ਊਰਮ ਧੂਰਮ ਜੋਤ ਉਜਾਲਾ। ਧਰਤੀ ਤੇ ਆਕਾਸ਼ ਦੇ ਵਿੱਚ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਹੈ। ਇਹਦਾ ਭਾਵ ਸਾਰੇ ਪਾਸੇ ਹੀ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਹੈ। ਥੱਲੇ ਵੀ, ਉੱਪਰ ਵੀ, ਸੱਜੇ ਖੱਬੇ ਵੀ, ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਪ੍ਰਭੂ ਦੀ ਜੋਤ ਵਿਆਪਕ ਹੋ ਰਹੀ। ਉਹ ਪ੍ਰਭੂ ਵਿਆਪਕ ਹੋ ਰਿਹਾ। ਜਿਵੇਂ ਪੰਜਵੇਂ ਸਰੂਪ ਵਿੱਚ ਮਹਾਰਾਜ ਜੈਤਸਰੀ ਕੀ ਵਾਰ ਆਰੰਭ ਕਰਦੇ ਹੋਏ ਫਰਮਾਉਂਦੇ ਆ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਸਿਮਰੰਤ ਸੰਤ ਸਰਬਤਰ ਰਮਨ।
ਇਹ ਸੋਝੀ ਪ੍ਰਭੂ ਦੇ ਪਿਆਰੇ ਸੰਤ ਜਨਾਂ ਨੂੰ ਆਈ, ਜਿਨ੍ਹਾਂ ਨੇ ਸਾਸ ਗਿਰਾਸ ਸਿਮਰਿਆ ਹੈ, ਵਾਹਿਗੁਰੂ ਜਪਿਆ। ਉਹ ਜਦੋਂ ਜਪਦੇ ਆ ਤੇ ਵਾਹਿਗੁਰੂ ਜੀ ਨੂੰ ਸਰਬੱਤਰ ਰਮਣੰ ਜਾਣ ਕੇ ਜਪਦੇ। ਸਾਰੇ ਥਾਵਾਂ ਦੇ ਉੱਤੇ ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਸਾਰੇ ਥਾਵਾਂ ਦੇ ਉੱਤੇ ਵਿਆਪਕ ਜਾਣ ਕੇ ਉਹਦਾ ਜਪ ਕਰਦੇ। ਸਿਮਰੰਤ ਸੰਤ ਸਰਬੱਤਰ ਰਮਣੰ, ਨਾਨਕ ਅਗ ਨਾਸਨ ਜਗਦੀਸ਼ਰ ਹੈ। ਮਹਾਰਾਜ ਕਹਿੰਦੇ ਜੋ ਪਾਪਾਂ ਨੂੰ ਨਾਸ ਕਰਨ ਵਾਲਾ ਜਗਤ ਦਾ ਈਸ਼ਵਰ ਹੈ। ਵੇਖਣ ਸੁਣਨ ਸੁਨਾਵਨੋ, ਮਨ ਮਹਿ ਦ੍ਰਿੜੀਐ ਸਾਚ। ਪ੍ਰਭੂ ਦੀ ਜੋਤ ਦਾ ਉਜਾਲਾ ਕਿਵੇਂ ਹੋ ਰਿਹਾ ਸਭ ਪਾਸੇ? ਉਹ ਸਾਰਿਆਂ ਨੂੰ ਉਹੀ ਜੋਤ ਵੇਖਣ ਦੀ ਸ਼ਕਤੀ ਦੇ ਰਹੀ ਹੈ। ਜੇ ਕੱਲੇ ਕੱਲੇ ਇਨਸਾਨ ਦੇ ਅੰਦਰ ਵੇਖਣ ਦੀ ਸ਼ਕਤੀ ਹੈ, ਸਾਡੀਆਂ ਅੱਖਾਂ ਵੇਖਣ ਦਾ ਕੰਮ ਕਰਦੀਆਂ, ਇਹ ਪ੍ਰਭੂ ਜੋਤ ਦਾ ਹੀ ਉਜਾਲਾ ਹੈ। ਪ੍ਰਭੂ ਦੀ ਜੋਤ ਵਿਆਪਕ ਹੈ ਸਾਰੇ ਪਾਸੇ। ਉਸ ਜੋਤੀ ਕਰਕੇ ਹੀ ਅਸੀਂ ਵੇਖ ਰਹੇ ਹਾਂ, ਉਸ ਜੋਤ ਦੇ ਉਜਾਲੇ ਕਰਕੇ ਹੀ ਅਸੀਂ ਸੁਣ ਰਹੇ ਹਾਂ, ਅਸੀਂ ਬੋਲ ਰਹੇ ਹਾਂ। ਵੇਖਣ ਸੁਣਨ ਸੁਨਾਵਨੋ, ਮਨ ਮਹਿ ਦ੍ਰਿੜੀਐ ਸਾਚ। ਜਿਸ ਪਰਮੇਸ਼ਰ ਨੇ ਵੇਖਣ ਸੁਣਨ ਤੇ ਸੁਣਾਉਣ ਦੀ ਸ਼ਕਤੀ ਦਿੱਤੀ, ਉਸ ਸੱਚ ਨੂੰ ਮਨ ਵਿੱਚ ਦ੍ਰਿੜ ਕਰਕੇ ਰੱਖੀਏ। ਜਿਹੜਾ ਪਰਮੇਸ਼ਰ ਆਪ ਸਾਰਿਆਂ ਨੂੰ ਵੇਖ ਰਿਹਾ, ਆਪ ਸਾਰਿਆਂ ਨੂੰ ਸੁਣ ਰਿਹਾ, ਆਪ ਸਾਰਿਆਂ ਨੂੰ ਆਪਣਾ ਉਪਦੇਸ਼ ਸੁਣਾ ਰਿਹਾ। ਮਨ ਮਹਿ ਦ੍ਰਿੜੀਐ ਸਾਚ, ਪੂਰ ਰਹਿਓ ਸਰਬੱਤਰ ਮੈਂ, ਨਾਨਕ ਹਰ ਰੰਗ ਰਾਚ। ਮਾਰੇ ਕਹਿੰਦੇ ਜੋ ਸਰਬੱਤਰ ਮੈਂ ਹੋ ਕੇ ਸਾਰਿਆਂ ਦੇ ਵਿੱਚ ਸਰਬ ਰੂਪ ਹੋ ਕਰਕੇ ਵਿਆਪਕ ਹੋ ਰਿਹਾ, ਉਹਦੇ ਪ੍ਰੇਮ ਵਿੱਚ ਰਚਨਾ ਕਰ, ਉਹਦੇ ਪ੍ਰੇਮ ਵਿੱਚ ਤਦਾਕਾਰ ਹੋ। ਹਰ ਏਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਮਹਾਰਾਜ ਕਹਿੰਦੇ ਉਸ ਇੱਕ ਦੇ ਜਸ ਨੂੰ ਗਾ, ਉਸ ਸੁੱਧ ਸਰੂਪ ਦੇ ਜਸ ਨੂੰ ਗਾ, ਜਿਹੜਾ ਸਾਰਿਆਂ ਦੇ ਵਿੱਚ ਇੱਕ ਵਿਆਪਕ ਹੋ ਰਿਹਾ। ਸਭ ਅੰਤਰ ਸੋਈ, ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਖਿਨ ਮਹਿ ਥਾਪ ਉਥਾਪਦਾ, ਤਿਸ ਬਿਨ ਨਹੀਂ ਕੋਈ। ਅੱਗੇ ਮਹਾਰਾਜ ਨੇ ਕਿਹਾ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ। ਉਹ ਖੰਡਾਂ ਵਿੱਚ ਵੀ ਵਿਆਪਕ ਹੋ ਰਿਹਾ, ਬ੍ਰਹਮੰਡਾਂ ਵਿੱਚ ਵੀ ਵਿਆਪਕ ਹੋ ਰਿਹਾ, ਦੀਪਾਂ ਟਾਪੂਆਂ ਵਿੱਚ ਵੀ ਵਿਆਪਕ ਹੋ ਰਿਹਾ। ਖੰਡ ਬ੍ਰਹਮੰਡ ਪਾਤਾਲ ਦੀਪ, ਪਤਾਲਾਂ ਵਿੱਚ ਵੀ ਵਿਆਪਕ ਹੋ ਰਿਹਾ, ਆਕਾਸ਼ਾਂ ਵਿੱਚ ਵੀ ਵਿਆਪਕ ਹੋ ਰਿਹਾ। ਰਵਿਆ ਸਭ ਲੋਈ, ਸਾਰੀ ਲੁਕਾਈ ਵਿੱਚ, ਸਾਰੀ ਧਰਤੀ ਵਿੱਚ ਵੀ ਵਿਆਪਕ ਹੋ ਰਿਹਾ, ਸਾਰੀ ਸ੍ਰਿਸ਼ਟੀ ਵਿੱਚ। ਜਿਸ ਆਪ ਬੁਝਾਏ ਸੋ ਬੁੱਝ ਸੀ, ਨਿਰਮਲ ਜਨ ਸੋਈ। ਜਿਸ ਨੂੰ ਆਪਣੀ ਸਮਝ ਆਪ ਬੁਝਾਉਂਦਾ ਹੈ, ਸਮਝਾਉਂਦਾ ਹੈ, ਉਹੀ ਬੁੱਝਦਾ ਹੈ, ਉਹੀ ਪਵਿੱਤਰ ਹੁੰਦਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਪੰਡਤ ਜੀ ਇਹ ਹਿਰਦੇ ਦੀ ਪੱਟੀ ਤੇ ਲਿਖੋ, ਉਹ ਪ੍ਰਭੂ ਦੇ ਨਾਮ ਨੂੰ, ਜਿਸ ਦੀ ਜੋਤ ਦਾ ਪ੍ਰਕਾਸ਼ ਧਰਤੀ ਵਿੱਚ ਵੀ ਹੈ ਤੇ ਆਕਾਸ਼ ਵਿੱਚ ਵੀ ਹੈ। ਤੀਨ ਭਵਨ ਮਹਿ ਗੁਰ ਗੋਪਾਲਾ। ਇਹ ਤਿੰਨਾਂ ਭਵਨਾਂ ਦੇ ਵਿੱਚ ਗੁਰ ਜਿਹੜਾ ਸਾਰਿਆਂ ਤੋਂ ਵੱਡਾ ਹੈ, ਗੋਪਾਲਾ ਜੋ ਪ੍ਰਿਥਵੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਐਸਾ ਉਹ ਗੁਰੂ ਤੇ ਗੋਪਾਲ ਪਰਮੇਸ਼ਰ ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਹੋ ਰਿਹਾ। ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ, ਇਹ ਤਿੰਨ ਭਵਨ, ਇਹ ਤਿੰਨਾਂ ਭਵਨਾਂ ਦੇ ਵਿੱਚ ਵੀ ਉਹ ਵਿਆਪਕ ਹੋ ਰਿਹਾ ਹੈ। ਤਿੰਨਾਂ ਭਵਨਾਂ ਦਾ ਮਾਲਕ ਉਹ ਆਪ ਹੈ। ਤਿੰਨੇ ਭਵਨ ਪੈਦਾ ਉਹਨੇ ਆਪ ਹੀ ਕੀਤੇ ਹਨ। ਜਾਪ ਸਾਹਿਬ ਦੇ ਪਹਿਲੇ ਛੰਦ ਚ ਮਹਾਰਾਜ ਨੇ ਫਰਮਾਇਆ ਨਾ, ਤ੍ਰਿਭਵਨ ਮਹੀਪ, ਕਿ ਉਹ ਤਿੰਨਾਂ ਭਵਨਾਂ ਦਾ ਮਹੀਪ ਰਾਜਾ ਹੈ, ਤਿੰਨਾਂ ਭਵਨਾਂ ਦਾ ਰਾਜਾ। ਤ੍ਰਿਭਵਨ ਮਹੀਪ, ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ। ਉਹਨੂੰ ਦੇਵਤੇ ਦੈਤ ਮਨੁੱਖ ਸਾਰੇ ਬੇਅੰਤ ਬੇਅੰਤ ਕਹਿੰਦੇ। ਮਨੁੱਖ ਵੀ ਉਹਨੂੰ ਬੇਅੰਤ ਬੇਅੰਤ ਕਹਿੰਦੇ ਆ, ਦੈਤ ਵੀ ਉਹਨੂੰ ਬੇਅੰਤ ਬੇਅੰਤ ਕਹਿੰਦੇ ਆ, ਦੇਵਤੇ ਵੀ ਉਹਨੂੰ ਬੇਅੰਤ ਬੇਅੰਤ ਕਹਿੰਦੇ ਆ। ਸੁਰ ਨਰ ਅਸੁਰ, ਨੇਤ ਨੇਤ, ਨੇਤ ਨੇਤ ਤੋਂ ਭਾਵ ਬੇਅੰਤ ਬੇਅੰਤ, ਨਾ ਇਤੀ ਨਾ ਇਤੀ, ਬੇਅੰਤ ਬੇਅੰਤ ਹੈ।
ਬਾਨ ਤ੍ਰਿਣ ਕਹਿਤ। ਮਹਾਰਾਜ ਕਹਿੰਦੇ ਜੰਗਲ ਬਨਸਪਤੀ ਘਾਦਕ ਤੋਂ ਲੈ ਕੇ, ਭਾਵ ਛੋਟੇ ਤੋਂ ਲੈ ਕੇ ਵੱਡੇ ਤੱਕ, ਸੂਖਮ ਤੋਂ ਸਥੂਲ ਤੱਕ ਜਿੰਨੇ ਜੀਵ ਜੰਤੂ ਸਾਰੇ ਉਸ ਨੂੰ ਬੇਅੰਤ ਬੇਅੰਤ ਕਹਿੰਦੇ। ਉਹ ਤਿੰਨਾਂ ਭਵਨਾਂ ਦਾ ਵੀ ਮਾਲਕ ਹੈ ਤੇ ਤਿੰਨਾਂ ਭਵਨਾਂ ਦੇ ਵਿੱਚ ਵੀ ਵਿਆਪਕ ਹੈ। ਤੀਨ ਭਵਨ ਮਹਿ ਗੁਰ ਗੋਪਾਲਾ। ਉਹ ਤਿੰਨਾਂ ਭਵਨਾਂ ਦੇ ਵਿੱਚ ਗੁਰ ਸਭ ਤੋਂ ਵੱਡਾ, ਗੋਪਾਲਾ ਉਹ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਵਿਆਪਕ ਹੋ ਰਿਹਾ ਹੈ। ਤੂੰ ਕਵਿਆ ਅਸਰੂਪ ਦਿਖਾਵੇ। ਤੇ ਜਿਸ ਨੂੰ ਆਪਣਾ ਉਹ ਸਰੂਪ ਦਿਖਾਉਂਦਾ ਹੈ ਨਾ, ਗੁਰੂ ਸਾਹਿਬ ਦੇ ਰਾਹੀਂ ਪ੍ਰਗਟ ਹੋ ਕੇ ਆਪਣਾ ਰੂਪ ਵਿਖਾਉਂਦਾ ਹੈ ਪਰਮੇਸ਼ਰ। ਊਗਵਿਆ, ਊਗਵਿਆ ਨਾਮ ਹੈ ਪ੍ਰਗਟ ਹੋਣ ਦਾ। ਊਗਵਿਆ ਪ੍ਰਗਟ ਹੋ ਕਰਕੇ, ਉਹ ਗੁਰੂ ਸਾਹਿਬ ਦੇ ਵਿੱਚ ਪ੍ਰਗਟ ਹੋ ਕਰਕੇ ਗੁਰੂ ਸਾਹਿਬ ਦੇ ਰਾਹੀਂ ਆਪਣਾ ਅਸਰੂਪ ਦਿਖਾਵੇ। ਐਸਾ ਜੋ ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਰੂਪ ਹੈ ਨਾ, ਸਤ ਚੇਤਨ ਆਨੰਦ ਸਰੂਪ, ਉਹ ਫਿਰ ਨਿਰਗੁਣ ਤੋਂ ਜਦੋਂ ਸਰਗੁਣ ਹੁੰਦਾ ਹੈ ਤੇ ਫਿਰ ਗੁਰੂ ਰੂਪ ਦੇ ਵਿੱਚ ਹੁੰਦਾ ਹੈ। ਗੁਰੂ ਰੂਪ ਵਿੱਚ ਹੋ ਕਰਕੇ ਊਗਵਿਆ ਪ੍ਰਗਟ ਹੋ ਕਰਕੇ ਆਪਣਾ ਸੋਹਣਾ ਸੁੰਦਰ ਸਰੂਪ ਦਿਖਾਉਂਦੇ ਆ, ਦਰਸ਼ਨ ਦਿੰਦੇ ਸੰਸਾਰ ਨੂੰ। ਕਰ ਕਿਰਪਾ ਆਪਣਾ ਘਰ ਆਵੇ। ਜਿਸ ਜੀਵ ਉੱਤੇ ਉਹ ਪ੍ਰਭੂ ਜੀ ਕਿਰਪਾ ਕਰਦੇ ਹਨ, ਜਿਨ੍ਹਾਂ ਦੀ ਜੋਤ ਦਾ ਉਜਾਲਾ ਧਰਤੀ ਤੇ ਆਕਾਸ਼ ਵਿੱਚ ਹੈ, ਤਿੰਨਾਂ ਭਵਨਾਂ ਵਿੱਚ ਜੋ ਵਿਆਪਕ ਹੈ, ਸਭ ਤੋਂ ਵੱਡਾ ਹੈ। ਤੇ ਜਿਸ ਵੇਲੇ ਕਿਰਪਾ ਕਰਦੇ ਹਨ ਜੀਵ ਦੇ ਉੱਤੇ ਤੇ ਫਿਰ ਉਹ ਜੀਵ ਆਪਣੇ ਘਰ ਵਿੱਚ ਆ ਜਾਂਦਾ। ਕੀ ਇਹ ਘਰ ਤੋਂ ਬਾਹਰ ਗਿਆ? ਮਹਾਰਾਜ ਕਹਿੰਦੇ ਹਾਂ, ਇਹ ਘਰੋਂ ਬੇਘਰ ਹੋਇਆ ਪਿਆ, ਘਰ ਵਿੱਚ ਤਾਂ ਹੈ ਹੀ ਨਹੀਂ, ਇਹ ਬਾਹਰ ਹੀ ਤੁਰਿਆ ਫਿਰਦਾ। ਗੁਰਬਾਣੀ ਵਿੱਚ ਐਸੇ ਅਨੇਕਾਂ ਬਚਨ ਹਨ ਜਿਨ੍ਹਾਂ ਵਿੱਚ ਮਹਾਰਾਜ ਕਹਿੰਦੇ ਆ ਇਹ ਬਾਹਰ ਹੀ ਤੁਰਿਆ ਫਿਰਦਾ, ਆਪਣੇ ਘਰ ਵਿੱਚ ਨਹੀਂ ਹੈ। ਇਹ ਭਰਮਣ ਦੇ ਵਿੱਚ ਹੈ, ਭਟਕਣਾ ਦੇ ਵਿੱਚ ਹੈ, ਆਪਣੇ ਘਰ ਵਿੱਚ ਨਹੀਂ ਹੈ। ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਮਹਾਰਾਜ ਕਹਿੰਦੇ ਮਨਾ ਪਰਦੇਸੀਆ ਪਿਆਰਿਆ, ਤੂੰ ਪਰਦੇਸੀ ਬਣਿਆ ਹੋਇਆ, ਆਪਣੇ ਘਰ ਵਿੱਚ ਆ, ਆਪਣੇ ਨਿੱਜ ਘਰ ਵਿੱਚ ਆ, ਆਪਣੇ ਅਸਲ ਘਰ ਵਿੱਚ ਆ। ਤਾਂ ਗਰੀਬ ਨਵਾਜ਼ ਸਾਹਿਬ ਜੀ ਜਿਸ ਵੇਲੇ ਕਿਰਪਾ ਕਰਦੇ ਆ, ਪਹਿਲਾਂ ਕਿਰਪਾ ਕਰਕੇ ਸਤ ਸੰਗਤ ਰੂਪੀ ਘਰ ਵਿੱਚ ਲੈ ਕੇ ਆਉਂਦੇ। ਇਹ ਵੀ ਜੀਵ ਦਾ ਅਸਲ ਘਰ, ਆਪਣਾ ਘਰ ਹੈ ਸਤ ਸੰਗਤ। ਸਤ ਸੰਗਤ ਵਿੱਚ ਆ ਕਰਕੇ ਹੀ ਜਿਸ ਵੇਲੇ ਗੁਰੂ ਸਾਹਿਬ ਜੀ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ, ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦਾ ਸੁਣਦਾ ਹੈ, ਗੁਰੂ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰਦਾ ਹੈ, ਫਿਰ ਇਹਨੂੰ ਸਮਝ ਪੈਂਦੀ ਹੈ। ਫਿਰ ਇਹ ਆਪਣੇ ਅਸਲ ਘਰ ਦੇ ਵਿੱਚ, ਆਤਮਿਕ ਘਰ ਦੇ ਵਿੱਚ ਆਉਂਦਾ। ਪਹਿਲਾਂ ਤੇ ਬਾਹਰ ਮੁਖੀ ਹੋਇਆ ਤੁਰਿਆ ਫਿਰਦਾ। ਇੱਕ ਸਾਧ ਸੰਗਤ ਜੀ ਇਹ ਇੰਦਰੀਏ ਹਨ, ਇਹਨਾਂ ਤੋਂ ਅੱਗੇ ਮਨ ਹੈ, ਮਨ ਤੋਂ ਅੱਗੇ ਇਹ ਬੁੱਧ ਹੈ, ਤੇ ਬੁੱਧ ਤੋਂ ਅੱਗੇ ਫਿਰ ਇਹਨਾਂ ਚਿੱਤ ਬੁੱਧ ਆਦਿਕ ਤੋਂ ਅੱਗੇ ਫਿਰ ਆਤਮਾ ਹੈ। ਇਹ ਆਤਮਾ ਰੂਪੀ ਆਪਣੇ ਘਰ ਵਿੱਚ ਪਹੁੰਚਦਾ। ਪਹਿਲਾਂ ਤੇ ਬਾਹਰ ਸਰੀਰਕ ਤਲ ਦੇ ਉੱਤੇ ਹੀ ਰਹਿੰਦਾ, ਇੰਦਰੀਆਂ ਦੇ ਵਿਸ਼ਿਆਂ ਰਸਾਂ ਦੇ ਵਿੱਚ ਹੀ ਫਸਿਆ ਰਹਿੰਦਾ। ਜਿਸ ਵੇਲੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ, ਫਿਰ ਇਹਨਾਂ ਇੰਦਰੀਆਂ ਤੋਂ ਉੱਪਰ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਜਿਨ੍ਹਾਂ ਨਾਲ ਅਸੀਂ ਵੇਖਣ ਦਾ ਗਿਆਨ ਹਾਸਲ ਕਰਦੇ, ਉਹਨਾਂ ਨੂੰ ਗਿਆਨ ਇੰਦਰੀ ਕਿਹਾ ਹੈ। ਜਿਹੜੇ ਕੋਈ ਸਾਡੇ ਸਰੀਰ ਦੇ ਅੰਗ ਕੰਮ ਕਰਦੇ ਆ, ਉਹਨਾਂ ਨੂੰ ਕਰਮ ਇੰਦਰੀ ਕਿਹਾ। ਹੱਥ ਪੈਰ ਆਦਿ, ਅੱਖਾਂ ਨਾਲ ਵੇਖਣ ਦਾ ਗਿਆਨ ਹਾਸਲ ਹੁੰਦਾ ਹੈ, ਕੰਨਾਂ ਨਾਲ ਸੁਣਨ ਦਾ, ਰਸਨਾ ਨਾਲ ਰਸ ਦਾ ਗਿਆਨ ਮਿਲਦਾ ਹੈ, ਮਿੱਠਾ ਕਿ ਕੌੜਾ ਕਿ ਲੂਣਾ ਵਾਲਾ। ਇਹਨਾਂ ਇੰਦਰੀਆਂ ਦੇ ਰਸਾਂ ਤੋਂ ਅੱਗੇ ਫਿਰ ਮਨ ਤੀਕ ਪਹੁੰਚਦਾ, ਫਿਰ ਉਹਦੇ ਤੋਂ ਅੱਗੇ ਬੁੱਧ ਤੀਕ ਜਾਂਦਾ। ਤਾਂ ਜਦੋਂ ਹੋਰ ਗੁਰੂ ਕੀ ਕਿਰਪਾ ਹੁੰਦੀ ਹੈ, ਫਿਰ ਇਹਨਾਂ ਤੋਂ ਅੱਗੇ ਫਿਰ ਆਤਮਾ ਵਿੱਚ ਇਹਦਾ ਵਾਸਾ ਹੁੰਦਾ ਹੈ, ਨਿੱਜ ਘਰ ਦੇ ਵਿੱਚ, ਫਿਰ ਸਰੀਰ ਤੋਂ ਉੱਪਰ ਉੱਠ ਜਾਂਦਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਕਰ ਕਿਰਪਾ ਆਪਣਾ ਘਰ ਆਵੇ। ਜਦੋਂ ਕਿਰਪਾ ਕਰਦੇ ਪ੍ਰਭੂ ਜੀ ਗੁਰੂ ਰੂਪ ਰਾਹੀਂ, ਗੁਰੂ ਰੂਪ ਵਿੱਚ ਕਿਰਪਾ ਕਰਦੇ ਹਨ, ਤੇ ਫਿਰ ਜੀਵ ਸਤ ਸੰਗਤ ਰੂਪੀ ਪਹਿਲਾਂ ਘਰ ਵਿੱਚ ਆਉਂਦਾ, ਤੇ ਫਿਰ
ਇਹ ਪ੍ਰਵਿਰਤੀ ਤੋਂ ਨਿਰਵਿਰਤੀ ਵਿੱਚ ਆਉਂਦਾ ਹੈ। ਭਾਵ ਬਾਹਰ ਮੁਖੀ ਤੋਂ ਫਿਰ ਅੰਤਰਮੁਖ ਹੁੰਦਾ ਹੈ। ਫਿਰ ਅੰਦਰ ਇਹਦੀ ਲਿਵ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਲੱਗਦੀ ਹੈ ਤੇ ਫਿਰ ਆਪਣੇ ਹਿਰਦੇ ਘਰ ਦੇ ਵਿੱਚ, ਆਤਮਿਕ ਘਰ ਦੇ ਵਿੱਚ ਇਹ ਆਉਂਦਾ ਹੈ, ਜਿਸ ਨੂੰ ਮਹਾਰਾਜ ਨੇ ਆਖਿਆ ਥਿਰ ਘਰ ਬੈਸੋ ਹਰਿ ਜਨ ਪਿਆਰੇ। ਆਪਣੇ ਘਰ ਵਿੱਚ ਥਿਰੋ ਕਰਕੇ ਬੈਠਣਾ ਕਰੋ, ਟਿਕ ਕੇ ਬੈਠਣਾ ਕਰੋ। ਥਿਰ ਘਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰੂ ਕਾਰਜ ਸਵਾਰਨਗੇ ਤਾਂ ਫਿਰ ਆਪਣੇ ਘਰ ਦੇ ਵਿੱਚ ਆ ਜਾਂਦਾ, ਅੰਤਰਮੁਖ ਹੁੰਦਾ ਹੈ, ਨਾਮ ਦੇ ਨਾਲ ਜੁੜਦਾ ਹੈ। ਊਨਵ ਬਰਸੈ ਨੀਝਰ ਧਾਰਾ। ਊਨਵ ਨਾਮ ਹੈ ਝੁਕਣ ਦਾ, ਨੀਵੇਂ ਹੋਣ ਦਾ। ਜਿਸ ਵੇਲੇ ਬੱਦਲ ਬਰਸਦਾ ਹੈ ਤਾਂ ਉਹ ਨੀਵਾਂ ਹੋ ਕਰਕੇ ਨੀਝਰ ਇੱਕ ਰਸ ਲਗਾਤਾਰ ਜਦੋਂ ਮੀਂਹ ਪੈਂਦਾ ਹੈ ਤੇ ਫਿਰ ਉਹਦੇ ਵਿੱਚੋਂ ਧਾਰਾ, ਜਲ ਦੀਆਂ ਧਾਰਾ ਵਗਦੀਆਂ ਹਨ। ਜਿਸ ਵੇਲੇ ਬੱਦਲ ਆਉਂਦੇ ਹਨ ਤੇ ਜੇ ਬੱਦਲ ਉੱਚੇ ਹੋਣ ਤਾਂ ਫਿਰ ਲੋਕ ਵੇਖਣ ਵਾਲੇ ਕਹਿ ਦਿੰਦੇ ਨਹੀਂ ਇਹ ਨਹੀਂ ਮੀਂਹ ਪਾਉਣਗੇ ਕਿਉਂਕਿ ਬੱਦਲ ਬੜਾ ਉੱਚਾ ਹੈ। ਇਹ ਤਾਂ ਉੱਚੇ ਉੱਚੇ ਬੱਦਲ ਇਹਨਾਂ ਨੇ ਲੰਘ ਜਾਣਾ ਇਸੇ ਤਰ੍ਹਾਂ। ਤੇ ਜਿਸ ਵੇਲੇ ਬੱਦਲ ਨੀਵੇਂ ਜੇ ਹੋਣ ਤਾਂ ਫਿਰ ਖਿਆਲ ਕੀਤਾ ਜਾਂਦਾ ਹੈ, ਅੰਦਾਜ਼ਾ ਲਾਇਆ ਜਾਂਦਾ ਹੈ ਕਿ ਬੱਦਲ ਬਹੁਤ ਨੀਵੇਂ ਆ ਰਹੇ, ਜ਼ਰੂਰ ਵਰਸਣਗੇ। ਇਹ ਝੁਕ ਕੇ ਆ ਰਹੇ ਆ, ਨੀਵੇਂ ਹੋ ਕਰਕੇ ਆ ਰਹੇ ਆ, ਇਹ ਮੀਂਹ ਪਾਉਣਗੇ, ਝੜੀ ਲਾਉਣਗੇ। ਤਾਂ ਮਹਾਰਾਜ ਕਹਿੰਦੇ ਜਿਸ ਵੇਲੇ ਬੱਦਲ ਨੀਵਾਂ ਹੋ ਕਰਕੇ ਆਉਂਦਾ ਹੈ, ਊਨਵ ਬਰਸੈ, ਊਨਵ ਊਨਵ ਆਇਆ, ਬਰਸੈ ਲਾਏ ਝੜੀ। ਊਨਵ ਬਰਸੈ ਨੀਝਰ ਧਾਰਾ, ਨੀਵਾਂ ਹੋ ਕਰਕੇ ਆਉਂਦਾ ਹੈ ਬੱਦਲ ਤੇ ਇੱਕ ਰਸ ਫਿਰ ਝੜੀ ਲਾਉਂਦਾ ਹੈ ਤੇ ਜਲ ਦੀਆਂ ਧਾਰਾ ਵਗਦੀਆਂ ਹਨ। ਊਤਮ ਸ਼ਬਦ ਸਵਾਰਨ ਹਾਰ। ਫਿਰ ਉਹ ਬੱਦਲਾਂ ਦੇ ਵਿੱਚੋਂ ਇੱਕ ਆਵਾਜ਼ ਆਉਂਦੀ, ਬੱਦਲ ਗੱਜਦੇ ਵੀ ਆ। ਊਤਮ ਸ਼ਬਦ, ਉਹ ਬੱਦਲਾਂ ਦੀ ਆਵਾਜ਼ ਬੜੀ ਉੱਤਮ ਹੈ। ਤੇ ਜਿਸ ਵੇਲੇ ਫਿਰ ਉਹ ਆਵਾਜ਼ ਦੇ ਨਾਲ ਗਰਜਣਾ ਹੁੰਦੀ ਹੈ, ਬਿਜਲੀ ਲਿਸ਼ਕਦੀ ਹੈ ਤੇ ਫਿਰ ਮੀਂਹ ਪੈਂਦਾ ਹੈ, ਝੜੀ ਲੱਗਦੀ ਹੈ। ਫਿਰ ਸਵਾਰਨ ਹਾਰਾ, ਜਿੱਥੇ ਔੜ ਲੱਗੀ ਹੋਈ ਸੀ ਉਹ ਫਿਰ ਸਾਰੇ ਇਲਾਕੇ ਨੂੰ ਸਵਾਰ ਦਿੰਦਾ, ਮੀਂਹ ਪੈ ਜਾਂਦਾ, ਸਾਰੇ ਪਾਸੇ ਜਲ ਦੀ ਪ੍ਰਾਪਤੀ ਹੁੰਦੀ ਹੈ ਤੇ ਸਾਰਾ ਇਲਾਕਾ ਜਿਹੜਾ ਹੈ ਜ਼ਮੀਨਾਂ ਸਵਾਰੀਆਂ ਜਾਂਦੀਆਂ। ਇਸੇ ਪ੍ਰਕਾਰ ਫਿਰ ਇਹ ਦੋਵੇਂ ਪੰਕਤੀਆਂ ਪੜ੍ਹ ਗਏ ਇਥੋਂ। ਊਨਵ ਊਨਵ ਬਰਸੈ ਨੀਝਰ ਧਾਰਾ। ਬੱਦਲ ਕੀ ਹੈ? ਬੱਦਲ ਸਤਿਗੁਰੂ ਹੈ, ਸਤਿਗੁਰੂ ਰੂਪੀ ਬੱਦਲ ਹੈ ਤੇ ਸਤਿਗੁਰਾਂ ਦਾ ਉਪਦੇਸ਼ ਰੂਪੀ ਇਹ ਅੰਮ੍ਰਿਤ ਜਲ ਹੈ। ਤੇ ਨੀਵੇਂ ਹੋ ਕਰਕੇ ਜਿਸ ਵੇਲੇ, ਊਨਵ ਨਾਮ ਹੈ ਨੀਵੇਂ ਹੋਣ ਦਾ, ਝੁਕ ਕੇ ਬਰਸੈ ਬਰਸਾਤ ਕਰਨੀ। ਸਤਿਗੁਰੂ ਰੂਪੀ ਬੱਦਲ ਜਦੋਂ ਨੀਵੇਂ ਹੋ ਕਰਕੇ ਝੁਕ ਕੇ ਬਰਸਾਤ ਕਰਦੇ, ਉਪਦੇਸ਼ ਦੀ ਝੜੀ ਲਾਉਂਦੇ। ਨੀਵੇਂ ਹੋਣਾ ਕੀ ਹੈ? ਜਦੋਂ ਤਰਸ ਦੇ ਘਰ ਵਿੱਚ ਆਉਂਦੇ, ਜਦੋਂ ਕਿਰਪਾ ਦੇ ਘਰ ਵਿੱਚ ਆਉਂਦੇ, ਜਦੋਂ ਸੰਸਾਰ ਦੇ ਜੀਵਾਂ ਤੇ ਮਹਾਰਾਜ ਕਿਰਪਾ ਕਰਨੀ ਚਾਹੁੰਦੇ, ਉਸ ਵੇਲੇ ਫਿਰ ਸਤਿਗੁਰੂ ਬੱਦਲ ਜੀ ਦਾ ਉਪਦੇਸ਼ ਰੂਪੀ ਅੰਮ੍ਰਿਤ ਜਲ ਪ੍ਰਾਪਤ ਹੁੰਦਾ। ਫਿਰ ਝੜੀ ਲੱਗਦੀ ਉਪਦੇਸ਼ ਦੀ। ਫਿਰ ਸੱਚਖੰਡ ਵਿੱਚੋਂ ਮਹਾਰਾਜ ਸਾਹਿਬ ਜੀ ਆਉਂਦੇ ਆ ਮਾਤ ਲੋਕ ਦੇ ਉੱਤੇ ਉਪਦੇਸ਼ ਦੇਣ ਵਾਸਤੇ। ਤਰਸ ਦੇ ਘਰ ਵਿੱਚ ਆ ਕੇ, ਕਿਰਪਾ ਦੇ ਘਰ ਵਿੱਚ ਆ ਕਰਕੇ, ਤਰਸ ਪਿਆ ਮੇਹ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਝੁਕ ਝੁਕ ਕੇ ਦਇਆ ਦੇ ਘਰ ਵਿੱਚ ਆ ਕਰਕੇ ਨੀਵੇਂ ਹੋ ਕੇ ਗੁਰ ਸ਼ਬਦੀ ਗੋਬਿੰਦ ਗੱਜਿਆ। ਗੁਰੂ ਕੇ ਸ਼ਬਦਾਂ ਦੇ ਰਾਹੀਂ ਗਰਜਣਾ ਹੋਈ ਹੈ, ਗੁਰੂ ਕੇ ਸ਼ਬਦ ਇਹ ਗਰਜ ਹੋ ਰਹੀ ਹੈ। ਸਤਿਗੁਰੂ ਬੱਦਲ ਫਿਰ ਨਾਮ ਦੀ, ਇਹ ਗੁਰਬਾਣੀ ਦੀ, ਕੀਰਤਨ ਦੀ ਬਰਸਾਤ ਕਰਦੇ ਆ। ਨੀਝਰ ਧਾਰਾ, ਨੀਝਰ ਇੱਕ ਰਸ ਲਗਾਤਾਰ, ਇਹ ਫਿਰ ਨਾਮ ਬਾਣੀ ਦੀਆਂ ਧਾਰਾ ਵਹਿੰਦੀਆਂ ਹਨ। ਧਾਰਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੰਸਾਰ ਦੇ ਉੱਤੇ ਨਾਮ ਬਾਣੀ ਦੀ ਵਰਖਾ ਕਰਨ ਵਾਸਤੇ ਗਰੀਬ ਨਵਾਜ ਸਾਹਿਬ ਜੀ ਉਤਰੇ। ਆਪ ਵੀ ਧੁਰ ਤੋਂ ਹੀ ਆਏ ਹੈ, ਜਿੱਥੇ ਮਹਾਰਾਜ ਨੇ ਆਖਿਆ ਇਹ ਬਾਣੀ ਧੁਰ ਤੋਂ ਆਈ ਹੈ ਤੇ ਗੁਰੂ ਸਾਹਿਬ ਵੀ ਧੁਰ ਤੋਂ ਹੀ ਆਏ ਹੈ।
ਮਹਾਰਾਜ ਨੇ ਆਖਿਆ ਨਾ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਗੁਰੂ ਸਾਹਿਬ ਨੇ ਆਖਿਆ ਨਾ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਆਖਿਆ ਨਾ, ਇਹ ਅਕਾਲੀ ਬਾਣੀ, ਇਹ ਧੁਰ ਕੀ ਬਾਣੀ, ਇਹ ਦਰਗਾਹੀ ਬਾਣੀ, ਇਹ ਸੱਚਖੰਡ ਚੋਂ ਆਈ ਬਾਣੀ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਾਂ ਗੁਰੂ ਸਾਹਿਬ ਜੀ ਦੇ ਰਾਹੀਂ ਬਾਣੀ ਪ੍ਰਗਟ ਹੋਈ ਹੈ ਨਾ। ਗੁਰੂ ਸਾਹਿਬ ਆਪ ਵੀ ਸੱਚਖੰਡ ਚੋਂ ਆਏ ਨੇ। ਐਸੇ ਸਥਾਨ ਤੇ ਮਹਾਰਾਜ ਸਾਹਿਬ ਜੀ ਵੇਈ ਨਦੀ ਵਿੱਚ ਇਸ਼ਨਾਨ ਕਰਦਿਆਂ ਹੋਇਆ ਸਤਿਗੁਰੂ ਜੀ ਨੇ ਵੇਈ ਨਦੀ ਦੇ ਜਲ ਵਿੱਚ ਪ੍ਰਵੇਸ਼ ਕੀਤਾ। ਪ੍ਰਗਟ ਨਹੀਂ ਹੋਏ ਮਹਾਰਾਜ। ਇੱਕ ਦਿਨ ਲੰਘ ਗਿਆ, ਦੂਜਾ ਵੀ ਲੰਘ ਗਿਆ, ਤੀਜਾ ਵੀ ਲੰਘ ਗਿਆ, ਤੇ ਸੇਵਕ ਵਸਤਰ ਲੈ ਕਰਕੇ ਵੇਈ ਦੇ ਕੰਢੇ ਤੇ ਵਿਚਰਦਾ। ਤੀਜੇ ਦਿਨ ਮਹਾਰਾਜ ਸਾਹਿਬ ਜੀ ਉੱਥੋਂ ਪ੍ਰਗਟ ਹੋਏ, ਜਿੱਧਰਲੇ ਪਾਸਿਓਂ ਜਲ ਆਉਂਦਾ ਸੀ। ਪ੍ਰਵਾਹ ਇਧਰ ਨੂੰ ਸੀ ਨਾ ਜਲ ਦਾ, ਤੇ ਮਹਾਰਾਜ ਸਾਹਿਬ ਜੀ ਉਸ ਸਥਾਨ ਤੇ ਪ੍ਰਗਟ ਹੋਏ। ਤੀਜੇ ਦਿਨ ਵੇਈ ਵਿੱਚੋਂ ਬਾਹਰ ਨਿਕਲੇ ਆ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਵਾਲੇ ਸਥਾਨ ਤੇ। ਮਹਾਰਾਜ ਸਾਹਿਬ ਜੀ, ਸੰਗਤ ਨੇ ਪੁੱਛਿਆ, ਸ਼ਰਧਾਲੂਆਂ ਨੇ ਬੇਨਤੀ ਕੀਤੀ, ਮਹਾਰਾਜ 3 ਦਿਨ ਵੇਈ ਵਿੱਚ ਹੀ ਰਹੇ ਹੋ? ਸਤਿਗੁਰੂ ਕਹਿੰਦੇ ਨਹੀਂ, ਅਸੀਂ ਸੱਚਖੰਡ ਗਏ ਸਾਂ, ਸੱਚਖੰਡ ਚੋਂ ਆਏ, ਮੂਲ ਮੰਤਰ ਲੈ ਕੇ ਆਏ ਹਾਂ। ਕਰਤਾਰ ਨੇ ਮੂਲ ਮੰਤਰ ਦਿੱਤਾ। ਫਿਰ ਗੁਰਦੁਆਰਾ ਸੰਤ ਘਾਟ ਸਾਹਿਬ ਵਾਲੇ ਸਥਾਨ ਤੇ ਮਹਾਰਾਜ ਸਾਹਿਬ ਜੀ ਨੇ ਮੂਲ ਮੰਤਰ ਉਚਾਰਨ ਕੀਤਾ, ਗਰੀਬ ਨਵਾਜ ਸਾਹਿਬ ਜੀ ਨੇ। ਤੇ ਫਿਰ ਊਨਵ ਬਰਸੈ ਨੀਜਰ ਧਾਰਾ, ਜਿਵੇਂ ਬੱਦਲ ਨੀਵਾ ਹੋ ਕੇ ਬਰਸਾਤ ਕਰਦਾ ਨਾ ਲਗਾਤਾਰ, ਫਿਰ ਧਾਰਾ ਵਗਦੀਆਂ ਜਲਦੀਆਂ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਦਇਆ ਦੇ ਘਰ ਵਿੱਚ ਆ ਕੇ ਤੇ ਚੌਹਾਂ ਚੱਕਾਂ ਵਿੱਚ ਜੀਵਾਂ ਦੇ ਉੱਤੇ ਤਰਸ ਕਰਕੇ, ਜਗਤ ਜਲੰਦੇ ਉੱਤੇ ਤਰਸ ਕਰਕੇ, ਸੜਦੇ ਭੁੱਜਦੇ ਸੰਸਾਰ ਨੂੰ ਇਹ ਨਾਮ ਦੀ ਠੰਡ ਦੇਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਚੱਲ ਚੱਲ ਕੇ ਉਪਦੇਸ਼ ਦਿੱਤਾ। ਸਭ ਥਾਵਾਂ ਤੇ ਆਪ ਜਾ ਜਾ ਕੇ ਉਪਦੇਸ਼ ਦਿੱਤਾ। ਮਹਾਰਾਜ ਸਾਹਿਬ ਜੀ ਐਸੇ ਲੁਕਾਈ ਦੇ ਵੈਦ ਬਣ ਕੇ ਆਏ। ਮਰੀਜ਼ ਨੂੰ ਡਾਕਟਰ ਕੋਲੇ ਜਾਣਾ ਪੈਂਦਾ ਦਵਾਈ ਲੈਣ ਵਾਸਤੇ, ਬਿਮਾਰ ਨੂੰ ਵੈਦ ਕੋਲੇ ਜਾਣਾ ਪੈਂਦਾ, ਪਰ ਸਤਿਗੁਰੂ ਜੀ ਬਿਮਾਰਾਂ ਦਾ ਆਪ ਇਲਾਜ ਕਰਨ ਵਾਸਤੇ ਆਪ ਗਏ ਗਰੀਬ ਨਵਾਜ ਜਗ੍ਹਾ ਜਗ੍ਹਾ। ਮੇਰਾ ਵੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਆਪ ਪਹੁੰਚ ਕੇ ਮਹਾਰਾਜ ਨੇ ਬਰਸਾਤ ਕੀਤੀ, ਨਾਮ ਬਾਣੀ ਦੀਆਂ ਝੜੀਆਂ ਲਾ ਦਿੱਤੀਆਂ ਦਇਆ ਦੇ ਘਰ ਵਿੱਚ ਆ ਕੇ। ਉਹਨਾਂ ਕੋਲੇ ਵੀ ਪਹੁੰਚੇ ਜਿਨ੍ਹਾਂ ਦੇ ਨਾਲ ਕੋਈ ਲੋਕ ਤਾਲਮੇਲ ਹੀ ਨਹੀਂ ਸੀ ਰੱਖਦੇ, ਜਿਨ੍ਹਾਂ ਨੂੰ ਪਿੰਡ ਤੋਂ ਬਾਹਰ ਕੱਢਿਆ ਹੋਇਆ ਸੀ, ਜਿਹਦੇ ਨੇੜੇ ਕੋਈ ਨਹੀਂ ਸੀ ਜਾਂਦਾ। ਦੀਪਾਲਪੁਰ ਦੇ ਉਹ ਕੋੜੀ ਕੋਲੇ ਕੋਈ ਕਿੱਥੇ ਜਾਂਦਾ ਸੀ, ਦੂਰੋਂ ਉਹਦੇ ਵਾਸਤੇ ਰੋਟੀ ਸੁੱਟ ਦਿੰਦੇ ਸਨ, ਪਾਣੀ ਦਾ ਭਾਂਡਾ ਕੋਲੇ ਰੱਖਿਆ ਹੋਇਆ ਸੀ। ਮਹਾਰਾਜ ਸਾਹਿਬ ਉੱਥੇ ਪਹੁੰਚੇ। ਉਹ ਕੱਖਾਂ ਦੀ ਛਪਰੀ ਬਣੀ ਹੋਈ। ਮਹਾਰਾਜ ਕਹਿੰਦੇ, ਭਾਈ ਮਰਦਾਨਿਆ ਵੇਖ ਅੰਦਰ ਕੌਣ ਹੈ। ਜਾ ਕੇ ਵੇਖਿਆ, ਮਹਾਰਾਜ ਅੰਦਰ ਤਾਂ ਇੱਕ ਕੋੜੀ ਬੈਠਾ, ਬੜਾ ਸਰੀਰ ਗਲਿਆ ਹੋਇਆ, ਸਰੀਰ ਦੇ ਵਿੱਚੋਂ ਖੂਨ ਵਗਦਾ ਪਿਆ, ਪਾਕ ਪਈ ਹੋਈ ਹੈ ਸਾਰੇ ਸਰੀਰ ਦੇ ਵਿੱਚ, ਮੱਖੀਆਂ ਬੈਠੀਆਂ ਹੋਈਆਂ, ਬਹੁਤ ਦੁਖੀ ਹੈ। ਸਤਿਗੁਰੂ ਆਪ ਉਹਦੇ ਕੋਲੇ ਗਏ। ਮੇਰਾ ਵੈਦ ਗੁਰੂ ਗੋਬਿੰਦਾ ਆਪ ਗਏ। ਜਿੰਨਾ ਚਿਰ ਮਹਾਰਾਜ ਸਾਹਿਬ ਜੀ ਦਾ ਦਰਸ਼ਨ ਕਰਦਾ ਰਿਹਾ, ਉਹਨੂੰ ਆਰਾਮ ਮਿਲਦਾ ਰਿਹਾ ਉਸ ਕੋੜੀ ਨੂੰ। ਜਿਸ ਵੇਲੇ ਰਾਤ ਦਾ ਸਮਾਂ ਹੋਇਆ, ਅੱਧੀ ਕੁ ਰਾਤ ਬਹੁਤ ਉਹਨੇ ਹਾਏ ਹਾਏ ਕੀਤੀ, ਉਹਨੂੰ ਤਕਲੀਫ ਹੋਈ, ਉਹਦੇ ਉਹ ਜ਼ਖਮ ਕੋੜ ਹੋਇਆ ਸਰੀਰ ਦੇ ਉੱਤੇ, ਪਾਕ ਪਈ ਹੋਈ ਹੈ। ਉਹ ਰਾਤ ਨੂੰ ਰੋਣ ਲੱਗਾ। ਅੱਧੀ ਕੁ ਰਾਤ ਨੂੰ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਿਆ ਰਬਾਬ ਵਜਾ। ਅੱਧੀ ਰਾਤ ਦੇ 12 ਵਜੇ ਦਾ ਲਗਭਗ ਸਮਾਂ ਸੀ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਮਹਾਰਾਜ ਨੇ ਫਿਰ ਸ਼ਬਦ ਗਾਇਆ ਆਪਣੀ ਰਚਨਾ ਤੋਂ। ਧਨਾਸਰੀ ਮਹੱਲਾ ਪਹਿਲਾ। ਜੀਉ ਤਪਤ ਹੈ ਬਾਰੋ ਬਾਰ,
ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਦੋਂ ਇਹ ਸਾਰੇ ਸ਼ਬਦ ਦਾ ਕੀਰਤਨ ਕੀਤਾ ਨਾ, ਜਦੋਂ ਕੀਰਤਨ ਦੀ ਸ਼ਬਦ ਦੀ ਸਮਾਪਤੀ ਹੋਈ ਤੇ ਉਹ ਕੋੜੀ ਦਾ ਕੋੜ ਰੋਗ ਦੂਰ ਹੋ ਗਿਆ। ਉਹਦੀ ਦੇਹ ਹੈ ਨਵੀਂ ਨਰੋਈ ਕੰਚਨ ਵਰਗੀ ਦੇਹ ਹੋ ਗਈ। ਸਤਿਗੁਰੂ ਜੀ ਨੇ ਐਸੀ ਨਾਮ ਦੀ ਵਰਖਾ ਕੀਤੀ ਤੇ ਸਾਰਾ ਰੋਗ ਹੀ ਦੂਰ ਹੋ ਗਿਆ। ਇੱਕ ਦੀ ਗੱਲ ਨਹੀਂ, ਮਹਾਰਾਜ ਨੇ ਸਾਰੇ ਸੰਸਾਰ ਦੇ ਵਿੱਚ ਉਪਦੇਸ਼ ਦੀ ਝੜੀ ਲਾਈ। ਬਾਬੇ ਤਾਰੇ 4 ਚੱਕ 9 ਖੰਡ, ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਜਿਵੇਂ ਬੱਦਲ ਨੀਵਾ ਹੋ ਕੇ ਤੇ ਬਰਸਾਤ ਕਰਦਾ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਇਆ ਦੇ ਘਰ ਵਿੱਚ ਆ ਕਰਕੇ ਕਿੰਨੂੰ ਕਿੰਨੂੰ ਨਹੀਂ ਤਾਰਿਆ ਮਹਾਰਾਜ ਸਾਹਿਬ ਜੀ। ਚੋਰਾਂ ਨੂੰ, ਠੱਗਾਂ ਨੂੰ, ਦੈਂਤਾਂ ਨੂੰ, ਰਾਖਸ਼ਾਂ ਨੂੰ ਮਹਾਰਾਜ ਸਾਹਿਬ ਜੀ ਨੇ ਹਰ ਇੱਕ ਨੂੰ ਉਪਦੇਸ਼ ਦੇ ਕਰਕੇ ਗੁਰਮੁਖ ਬਣਾ ਦਿੱਤਾ। ਸਿੱਧੇ ਪੱਧਰੇ ਰਾਹ ਤੇ ਇਸ ਗਰੀਬ ਨੂੰ ਆਈ ਸਾਹਿਬ ਜੀ ਨੇ ਪਾ ਦਿੱਤਾ। ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਸਾਰੀ ਸ੍ਰਿਸ਼ਟੀ ਵਾਸਤੇ ਇੰਜ ਸਾਂਝਾ ਹੈ ਜਿਵੇਂ ਬੱਦਲ ਦਾ ਜਲ ਜਿਹੜਾ ਉਹ ਸਾਰਿਆਂ ਵਾਸਤੇ ਸਾਂਝਾ ਹੁੰਦਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮਹਿ ਘਟ ਘਟ ਨਾਨਕ ਮਾਝਾ। ਸਤਿਗੁਰੂ ਦਇਆ ਦੇ ਘਰ ਵਿੱਚ ਆ ਕਰਕੇ ਮਹਾਰਾਜ ਸਾਹਿਬ ਜੀ ਨੇ ਝੜੀ ਲਾ ਦਿੱਤੀ, ਨਾਮ ਬਾਣੀ ਦੀ ਬਰਸਾਤ ਕਰ ਦਿੱਤੀ। ਊਤਮ ਸ਼ਬਦ ਸਵਾਰਨ ਹਾਰਾ। ਗੁਰੂ ਸਾਹਿਬ ਜੀ ਦਾ ਜੋ ਸ਼ਬਦ ਹੈ ਇਹ ਊਤਮ ਹੈ, ਉੱਤਮ ਸ੍ਰੇਸ਼ਟ ਸ਼ਬਦ ਹੈ ਮਹਾਰਾਜ ਦਾ ਉਪਦੇਸ਼, ਤੇ ਜ਼ਿੰਦਗੀਆਂ ਨੂੰ ਸਵਾਰਨ ਹਾਰਾ। ਗੁਰੂ ਕੇ ਸ਼ਬਦ ਨੂੰ, ਗੁਰੂ ਸਾਹਿਬ ਜੀ ਦੇ ਸ਼ਬਦ ਨੇ ਕਿੰਨੇ ਜੀਵਨਾਂ ਨੂੰ ਸਵਾਰ ਦਿੱਤਾ। ਜਿਨ੍ਹਾਂ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਵਾਰਿਆ, ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਨੇ ਸੰਸਾਰ ਭੌਜਲ ਤੋਂ ਤਾਰਿਆ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਤਾਂ ਹੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਵੀ ਆਕਾਸ਼ ਦੇ ਤਾਰੇ ਗਿਣਤੀ ਵਿੱਚ ਨਹੀਂ ਆਉਂਦੇ ਕਿੰਨੇ, ਉਹਨਾਂ ਨੂੰ ਭਾਵੇਂ ਕੋਈ ਗਿਣ ਲਵੇ ਤੇ ਗਿਣ ਹੀ ਲਵੇ। ਜਿਨ੍ਹਾਂ ਨੂੰ ਸ਼ਬਦ ਦੇ ਨਾਲ ਸਵਾਰ ਕੇ ਗੁਰੂ ਨਾਨਕ ਸਾਹਿਬ ਨੇ ਸੰਸਾਰ ਤੋਂ ਤਾਰਿਆ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਤਾਰੇ ਹੋਏ ਨਹੀਂ ਕੋਈ ਗਿਣ ਸਕਦਾ। ਤਾਰੇ ਗਿਣੇ ਜਾਤ, ਤੇਰੇ ਤਾਰੇ ਨਾ ਗਿਨਾਤ। ਜਿਨ੍ਹਾਂ ਨੂੰ ਮਹਾਰਾਜ ਨੇ ਆਪਣੇ ਸ਼ਬਦ ਦੇ ਰਾਹੀਂ, ਉੱਤਮ ਸ਼ਬਦ ਦੇ ਰਾਹੀਂ ਸਵਾਰ ਦਿੱਤਾ ਨਾ, ਉਹ ਅੱਗੇ ਦੂਜਿਆਂ ਨੂੰ ਸਵਾਰਨ ਵਾਲੇ ਬਣ ਗਏ। ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਸੰਤ ਬਣਾ ਦਿੱਤਾ, ਸਾਧੂ ਬਣਾ ਦਿੱਤਾ, ਗੁਰਮੁਖ ਬਣਾ ਦਿੱਤਾ, ਬ੍ਰਹਮ ਗਿਆਨੀ ਬਣਾ ਦਿੱਤਾ। ਜਿਵੇਂ ਬਾਬਾ ਬੁੱਢਾ ਸਾਹਿਬ ਜੀ, ਧੰਨ ਬਾਬਾ ਬੁੱਢਾ ਸਾਹਿਬ ਜੀ, 12 ਸਾਲ ਦੀ ਉਮਰ ਸੀ, ਆਪਣੇ ਸ਼ਬਦ ਉਪਦੇਸ਼ ਦੇ ਨਾਲ, ਆਪਣੀ ਮਿਹਰ ਦੀ ਤੱਕਣੀ ਦੇ ਨਾਲ ਮਹਾਰਾਜ ਨੇ ਪਹਿਲੀ ਦ੍ਰਿਸ਼ਟੀ 'ਚ ਨਿਹਾਲ ਕਰ ਦਿੱਤਾ। ਆਖਿਆ ਬਾਲਕਿਆ ਤੇਰੀ ਉਮਰ ਤਾਂ ਛੋਟੀ, ਪਰ ਤੇਰੀਆਂ ਗੱਲਾਂ ਬੁੱਢਿਆਂ ਵਾਲੀਆਂ। ਤੇ ਉਹ ਬੱਚੇ ਬੂੜੇ ਨੂੰ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਬਣਾ ਦਿੱਤਾ। ਤੇ ਬਾਬਾ ਬੁੱਢਾ ਸਾਹਿਬ ਜੀ 125 ਸਾਲ ਦੀ ਉਮਰ ਹੋਈ ਬਾਬਾ ਜੀ ਦੀ। ਉਹਨਾਂ ਦੇ ਸੰਗਤ ਕਰਕੇ ਕਿੰਨਿਆਂ ਦਾ ਅੱਗੇ ਜੀਵਨ ਸੌਰਿਆ। ਐਸੇ ਅਨੇਕਾਂ ਗੁਰਮੁਖ ਗੁਰਸਿੱਖ ਹੋਏ। ਸਤਿਗੁਰੂ ਜੀ ਦਾ ਸ਼ਬਦ ਉੱਤਮ ਤੇ ਸ਼ਬਦ ਜੀਵਾਂ ਨੂੰ ਸਵਾਰਨ ਹਾਰਾ ਹੈ। ਇਸ ਇੱਕ ਕਾ ਜਾਣੈ ਭੇਉ। ਇਸ ਏਕੇ ਕਾ, ਮਹਾਰਾਜ ਕਹਿੰਦੇ ਵੀ ਇਸ ਇੱਕ ਪਰਮੇਸ਼ਰ ਵਾਹਿਗੁਰੂ ਜੀ ਦਾ, ਅਕਾਲ ਪੁਰਖ ਦਾ ਜਾਣੈ ਭੇਉ। ਜਿਸ ਉੱਤੇ ਗੁਰੂ ਕੀ ਕਿਰਪਾ ਹੁੰਦੀ ਨਾ, ਗੁਰੂ ਕੇ ਸ਼ਬਦ ਨਾਲ ਜਿਸ ਦਾ ਹਿਰਦਾ ਸਵਾਰਿਆ ਜਾਂਦਾ ਹੈ, ਜਿਸ ਦਾ ਜੀਵਨ ਸਵਾਰਿਆ ਜਾਂਦਾ ਹੈ, ਉਹ ਇਸ ਇੱਕ ਓੰਕਾਰ ਦਾ ਭੇਦ ਜਾਣਦਾ, ਉਹ ਇਸ ਇੱਕ ਵਾਹਿਗੁਰੂ ਜੀ ਦੇ ਭੇਦ ਨੂੰ ਸਮਝਦਾ। ਉਹ ਜਾਣ ਲੈਂਦਾ ਹੈ ਵੀ ਇੱਕ ਦੀ ਜੋਤ ਹੀ ਧਰਤੀ ਵਿੱਚ ਵਿਆਪਕ ਹੈ, ਆਕਾਸ਼ ਵਿੱਚ ਵਿਆਪਕ ਹੈ, ਤਿੰਨਾਂ ਭਵਨਾਂ ਦੇ ਵਿੱਚ ਵਿਆਪਕ ਹੈ। ਉਹ ਪਰਮੇਸ਼ਰ ਦੇ ਭੇਦ ਨੂੰ ਜਾਣਦਾ ਹੈ, ਕਿਉਂਕਿ ਗੁਰੂ ਸਾਹਿਬ ਜੀ ਜਣਾਉਂਦੇ ਆ, ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਪ ਵਖਾਣੈ। ਗੁਰੂ ਸਾਹਿਬ ਜੀ ਇੱਕ ਦੇ ਨਾਲ ਜੋੜਦੇ ਆ। ਤਾਂ ਹੀ ਮਹਾਰਾਜ ਨੇ ਆਖਿਆ ਪੂਰੇ ਗੁਰ ਕਾ ਸੁਣੀ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰਹੁ ਗੋਬਿੰਦ ਮਣਿ ਅੰਤਰ ਕੀ ਉਤਰੈ ਚਿੰਤ। ਫਿਰ ਉਹ ਇੱਕ ਨਾਲ ਉਹਦੀ ਸਾਂਝ ਬਣਦੀ ਹੈ। ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ,
एको एक एक हरि आप, पूरन पूर रहो प्रभ व्याप, अनक विस्तार एक ते भये, एक अराध प्राश्त गए, मन तन अंतर एक प्रभ राता, गुर प्रसाद नानक एक जाता। जिस उत्ते गुरु की प्रसाद कृपा हुई, उसने गुरु साहब जी दे राही एक नूं जानिया, एक नूं समझिया, एक नालों जुड़िया, एक दी फिर उन्हें आस रखी। धर जी अरे एक टेक तू लाहे बिडानी आस, नानक नाम ध्याईऐ कारज आवे रास। इस एके का जाने फिर गुरु साहब जी दे राही मारे कहंदे जिग्यासू एक वाहिगुरु जी दे भेद नूं जान लैंदा है। आपे करता आपे देव, फिर उस नूं समझ पैंदी है कि वह प्रभु आप ही करता है, सारी सृष्टि नूं पैदा करन वाला भी आप है। आपे देव ते देव नाम है प्रकाश करन वाला, सारी सृष्टि विच प्रकाश करन वाला भी आप ही है। उसे ने ही सारी सृष्टि नूं पैदा कीता पहला, ये धरती नूं, आकाश नूं, खंडां ब्रह्मंडां नूं, ये तिन्नां भवनां नूं। किते बाणी च महाराज ने तिन्नां भवनां दा भी जिक्र कीता है, किते 14 भवनां दा भी जिक्र कीता है, ते किते महाराज साहब जी ने लखां दा भी जिक्र कीता, किते करोड़ां दा जिक्र कीता, ते किते महाराज कहंदे असंख ही असंख, गिणती कोई नहीं। क्योंकि गल तां एक तो ही शुरू हुंदी है ना, एक भवन एक लोक, असीं आ एक मात लोक दे वासी हाँ, इत्थे रहण वाले हाँ। पर गुरु साहब जी ने आख्या इहदे थल्ले भी बहुत कुछ है, इहदे उपर भी बहुत कुछ है। 3 भवन भी आ, 14 भवन भी आ, लखां भी आ, पाताला पाताल, लख आगासा आगास, करोड़ां भी आ। उस्तत करह अनेक जन, अंत न पारावार, नानक रचना प्रभ रची, बहु विधि अनक प्रकार। पर सारी सृष्टि नूं पैदा करन वाला, सारी रचना नूं पैदा करन वाला करता भी वाहिगुरू आप आ, ते सारी रचना दे विच अपनी जोत नूं रख के प्रकाश करन वाला देव भी आप आ। आप ही सारिਆਂ ਦੇ ਵਿੱਚ प्रकाश करन वाला है, ਉਹਦੀ जोत ਦਾ ਹੀ उजाला सारे पासे है। सब मह जोत जोत है सोए, तिस कह चानण सब मह चानण होए। वो जोत एक थां ते ही नहीं, ਕਰੋੜਾਂ ਖੰਡਾਂ ਬ੍ਰਹਿਮੰਡਾਂ ਵਿੱਚ ਵਿਆਪਕ ਹੈ। ਉਹ ਜਗਤ ਗੁਰੂ ਜੀ ਨੇ ਇਹ ਦੱਖਣੀ ਓੰਕਾਰ ਬਾਣੀ ਦੀ 8ਵੀਂ ਪੌੜੀ ਦੁਆਰਾ ਪਵਿੱਤਰ ਉਪਦੇਸ਼ ਬਖਸ਼ਿਆ। ਮਹਾਰਾਜ ਸਾਹਿਬ ਜੀ ਕੀ ਅੰਮ੍ਰਿਤ ਬਾਣੀ ਅਗਾਧ ਬੋਧ ਹੈ, ਡੂੰਘਾ ਹੈ ਬੋਧ ਗੁਰੂ ਕੀ ਬਾਣੀ ਦਾ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਵੋ ਸੱਜਣੇ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਪੂਨਮ ਵਰਸੈ ਨੀਜਰ ਧਾਰਾ, ਊਤਮ ਸ਼ਬਦ ਸਵਾਰਣ ਹਾਰਾ। ਇਸ ਏਕੇ ਕਾ ਜਾਣੈ ਭੇਉ, ਆਪੇ ਕਰਤਾ ਆਪੇ ਦੇਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।